ਦੇਸ਼ ਵਿਦੇਸ਼ ਵਿੱਚ ਬਾਜ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਖਾਸ ਮੁਲਾਕਾਤ ਵਿੱਚ ਸਵਾਗਤ। ਸਤਿ ਸ੍ਰੀ ਅਕਾਲ ਦੋਸਤੋ, ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਇਹ ਸਾਡਾ ਵਿਸ਼ੇਸ਼ ਪ੍ਰੋਗਰਾਮ ਤੁਹਾਡੇ ਲਈ ਅਸੀਂ ਲੈ ਕੇ ਆਉਂਦੇ ਹਾਂ। ਇੱਕ ਖਾਸ ਸ਼ਖਸੀਅਤ ਦੇ ਨਾਲ ਮੁਲਾਕਾਤ ਕਰਾਉਂਦੇ ਹਾਂ ਤੇ ਉਹ ਸ਼ਖਸੀਅਤ ਸਾਹਿਤ ਨਾਲ ਜੁੜੀ ਹੁੰਦੀ, ਸਮਾਜ ਨਾਲ ਜੁੜੀ ਹੁੰਦੀ ਹੈ ਜਾਂ ਕਿਸੇ ਨਾ ਕਿਸੇ ਹੋਰ ਖੇਤਰ ਦੇ ਨਾਲ ਜੁੜੀ ਹੋਈ ਹੁੰਦੀ ਹੈ। ਸਾਡੇ ਜਿਹੜੇ ਅੱਜ ਦੇ ਮਹਿਮਾਨ ਨੇ, ਮਾਹਰ ਮਹਿਮਾਨ ਨੇ ਰਾਜ ਰਾਣੀ ਜੀ। ਉਹ ਪ੍ਰਿੰਸੀਪਲ ਨੇ ਸੀਨੀਅਰ ਸੈਕੰਡਰੀ ਸਕੂਲ ਨਿਜਰਾ ਪਡੋਰੀ ਦੇ ਵਿੱਚ ਬਤੌਰ ਪ੍ਰਿੰਸੀਪਲ ਦੇ ਅਹੁਦੇ ਤੇ ਕੰਮ ਕਰ ਰਹੇ ਨੇ ਤੇ ਅੱਜ ਉਹਨਾਂ ਦੇ ਨਾਲ ਅਸੀਂ ਗੱਲਬਾਤ ਜਿਹੜੀ ਕਰਾਂਗੇ ਉਹ ਸਾਡਾ ਵਿਸ਼ਾ ਹੈ ਨੈਤਿਕ ਸਿੱਖਿਆ। ਨੈਤਿਕ ਸਿੱਖਿਆ ਜਿਹੜੀ ਆ ਬੱਚਿਆਂ ਲਈ ਕਿੰਨੀ ਜ਼ਰੂਰੀ ਆ, ਵੱਡਿਆਂ ਲਈ ਕਿੰਨੀ ਜ਼ਰੂਰੀ ਆ, ਇਹ ਸਾਡੇ ਸਮਾਜ ਦੇ ਵਿੱਚ ਉਹ ਦਾ ਕੀ ਸਥਾਨ ਆ ਨੈਤਿਕ ਸਿੱਖਿਆ ਦਾ, ਉਹਦੀ ਕੀ ਬਣ ਜਾਣਾ ਚਾਹੀਦਾ ਹੈ, ਬੱਚੇ ਨੂੰ ਸਿਖਾਉਣ ਲਈ ਕੀ ਕੁਛ ਕਰਨਾ ਚਾਹੀਦਾ, ਆਪਾਂ ਉਹਨਾਂ ਬਾਰੇ ਡਿਸਕਸ ਕਰਾਂਗੇ ਅੱਜ। ਤੇ ਆਓ ਗੱਲਬਾਤ ਕਰਦੇ ਹਾਂ ਆਪਾਂ ਰਾਜ ਰਾਣੀ ਹੁਣਾਂ ਦੇ ਨਾਲ। ਰਾਜ ਰਾਣੀ ਮੈਡਮ ਜੀ, ਤੁਹਾਡਾ ਸਾਡੇ ਬਾਜ ਟੀਵੀ ਤੇ ਆਉਣ ਤੇ ਬਹੁਤ ਬਹੁਤ ਸਵਾਗਤ ਜੀ। ਥੈਂਕ ਯੂ ਜੀ। ਬਾਜ ਟੀਵੀ ਦੇਖ ਰਹੇ ਰੱਬ ਵਰਗੇ ਸਰੋਤਿਆਂ ਨੂੰ ਪ੍ਰਿੰਸੀਪਲ ਸੀਨੀਅਰ ਸੈਕੰਡਰੀ ਪਡੋਰੀ ਨਿਜਰਾ ਰਾਜ ਰਾਣੀ ਵੱਲੋਂ ਸਤਿ ਸ੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਮੈਂ ਦੂੜਾ ਸਾਹਿਬ ਦਾ ਔਰ ਵਾਜ ਟੀਵੀ ਦੀ ਟੀਮ ਦਾ ਸਾਰੇ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਮੈਨੂੰ ਅੱਜ ਆਪਣੇ ਚੈਨਲ ਤੇ ਬੁਲਾ ਕੇ ਬਹੁਤ ਹੀ ਮਾਣ ਸਨਮਾਨ ਬਖਸ਼ਿਆ। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਜੀ ਨਹੀਂ, ਅਸੀਂ ਆਪ ਖੁਦ ਨੂੰ ਮਾਣ ਮਹਿਸੂਸ ਕਰਦੇ ਹਾਂ ਤੁਹਾਨੂੰ, ਤੁਸੀਂ ਸਾਡੇ ਵਿਹੜੇ ਆਏ ਆ ਤੇ ਆਪਾਂ ਤੁਹਾਡੇ ਨਾਲ ਅੱਜ ਗੱਲਬਾਤ ਕਰਾਂਗੇ। ਇੱਕ ਨੈਤਿਕ ਸਿੱਖਿਆ, ਤੁਸੀਂ ਜਿਹੜੇ ਸਿੱਖਿਆ ਦੇ ਨਾਲ ਜੁੜੇ ਹੋਏ ਹੋ। ਆਪਾਂ ਜਿਹੜੀ ਇੱਕ ਅਕਾਦਮਿਕ ਸਿੱਖਿਆ ਆ ਬੱਚੇ ਨੂੰ ਅਸੀਂ ਦਿੰਦੇ ਆ, ਉਦੋਂ ਜਦੋਂ ਉਹ 3-4 ਸਾਲਾਂ ਦਾ ਹੁੰਦਾ ਉਹਨੂੰ ਆਪਾਂ ਸਕੂਲ ਦੇ ਵਿੱਚ ਪੜ੍ਹਾਉਣਾ ਸ਼ੁਰੂ ਕਰਨ ਭੇਜ ਦਿੰਦੇ ਆ। ਉਹ ਜਿਹੜੀਆਂ ਅਕੈਡਮਿਕ ਆ, ਮੈਥ ਦਾ, ਸਾਇੰਸ ਦਾ ਜਾਂ ਪੰਜਾਬੀ ਦਾ, ਇੰਗਲਿਸ਼ ਦੇ ਉਹ ਸਬਜੈਕਟ ਪੜ੍ਹਨੇ ਸ਼ੁਰੂ ਕਰ ਦਿੰਦਾ। ਇਸ ਤਰ੍ਹਾਂ ਹੀ ਇੱਕ ਨੈਤਿਕ ਸਿੱਖਿਆ ਜਿਹੜੀ ਸਮਾਜ ਦੇ ਵਿੱਚ ਰਹਿਣ ਲਈ, ਬੱਚੇ ਨੂੰ ਵਿਚਰਨ ਲਈ, ਉਹ ਫਿਰ ਵੱਡਾ ਹੁੰਦਾ ਆ ਜਦੋਂ ਉਹਨੂੰ ਬੈਠਣ ਉੱਠਣ ਦਾ ਸਲੀਕਾ ਆਉਣਾ ਚਾਹੀਦਾ, ਨੈਤਿਕ ਸਿੱਖਿਆ ਦੇ ਨਾਲ ਇਹ ਸੰਬੰਧ ਰੱਖਦੀ ਆ। ਤੇ ਜਿਹੜੀ ਨੈਤਿਕ ਸਿੱਖਿਆ ਬਾਰੇ ਆਪਾਂ ਗੱਲ ਕਰੀਏ ਤਾਂ ਜਿਹੜੀ ਸ਼ੁਰੂਆਤ ਆ ਨੈਤਿਕ ਸਿੱਖਿਆ, ਆਪਾਂ ਕਹਿੰਦੇ ਆ ਵੀ ਨੈਤਿਕ ਸਿੱਖਿਆ ਤਾਂ ਕਹਿੰਦੇ ਨੈਤਿਕ ਸਿੱਖਿਆ ਹੈ ਕੀ ਆ, ਉਹਦਾ ਉਹ ਕਿਹੜੀ ਕਿਤਾਬ ਦੇ ਵਿੱਚ ਆ ਜਾਂ ਕਿੱਥੋਂ ਸਿੱਖੀ ਜਾਂਦੀ ਆ। ਪਹਿਲਾਂ ਤਾਂ ਆਪਾਂ ਇਹ ਗੱਲ ਕਰਾਂਗੇ ਨੈਤਿਕ ਸਿੱਖਿਆ ਹੁੰਦੀ ਕੀ ਆ, ਨੈਤਿਕ ਸਿੱਖਿਆ ਤੋਂ ਭਾਵ ਕੀ ਹੈ। ਠੀਕ ਹੈ ਜੀ। ਨੈਤਿਕ ਸਿੱਖਿਆ ਜ਼ਿੰਦਗੀ ਜਿਉਣ ਦਾ ਇੱਕ ਸਲੀਕਾ ਆ ਜੀ, ਜਿਸ ਦੇ ਵਿੱਚ ਬਹੁਤ ਸਾਰੇ ਨਿਯਮਾਂ ਦਾ ਸਮੂਹ ਹੈਗਾ ਆ ਕਿ ਬੱਚੇ ਨੇ ਜਾਂ ਇਨਸਾਨ ਨੇ ਜ਼ਿੰਦਗੀ ਕਿਵੇਂ ਜਿਉਣੀ ਆ। ਉਸ ਨੂੰ ਜਿਉਣ ਦੇ ਵਾਸਤੇ ਆਪਣੇ ਇਹ ਜਿਹੜੀ ਸਿੱਖਿਆ ਹੈਗੀ ਆਪਣੇ ਮਾਤਾ ਪਿਤਾ ਤੋਂ, ਸਮਾਜ ਤੋਂ ਜੀ ਔਰ ਪਰਿਵਾਰ ਤੋਂ ਤੇ ਨਾਲ ਹੀ ਜਦੋਂ ਸਕੂਲ ਜਾਂਦਾ ਆ ਉਸ ਦੇ ਅਧਿਆਪਕ ਤੋਂ, ਉਸ ਦੇ ਸਾਥੀਆਂ ਤੋਂ ਪ੍ਰਾਪਤ ਹੁੰਦੀ ਆ ਜੀ। ਇਹ ਸਿੱਖਿਆ ਉਸ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਬਹੁਤ ਸਹਾਈ ਹੁੰਦੀ ਆ। ਠੀਕ ਹੈ ਜੀ। ਜੀ ਜਿਹੜੀ ਨੈਤਿਕ ਸਿੱਖਿਆ ਦੀ ਆਪਾਂ ਗੱਲ ਕਰੀਏ, ਨੈਤਿਕ ਸਿੱਖਿਆ ਬੱਚਾ ਇੱਕ ਜਦੋਂ ਬੋਲਣਾ ਚੱਲਣਾ ਸਿੱਖ ਜਾਂਦਾ ਜਾਂ ਰੋੜਨਾ ਸਿੱਖ ਜਾਂਦਾ ਹੈ, ਉਹ ਪਹਿਲਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ, ਆਪਾਂ ਸਭ ਤੋਂ ਇਹ ਸਾਰੇ ਜਾਣਦੇ ਆ ਕਿ ਜਿਹੜੇ ਬੱਚੇ, ਜਿਹੜਾ ਗੁਰੂ ਆ, ਜਿਹੜੇ ਪਹਿਲੀ ਜਿਹੜਾ ਗੁਰੂ ਆ ਜਾਂ ਪਹਿਲਾ ਅਧਿਆਪਕ ਆ ਉਹ ਮਾਂ ਆ ਬੱਚੇ ਦੀ। ਤੇ ਜਿਹੜੀ ਮਾਂ ਕਿਸ ਤਰ੍ਹਾਂ ਬੱਚੇ ਨੂੰ ਨੈਤਿਕ ਸਿੱਖਿਆ ਦੇ ਸਕਦੀ ਆ, ਉਹਨੂੰ ਆਪਾਂ ਕਹਿ ਸਕਦੇ ਆ ਕਿ ਬੱਚੇ ਤੂੰ ਇਸ ਤਰ੍ਹਾਂ ਨਹੀਂ ਕਰ, ਇਸ ਤਰ੍ਹਾਂ ਕਰ, ਜਾਂ ਇੱਧਰ ਉੱਧਰ ਦੀਆਂ ਚੀਜ਼ਾਂ ਇੱਧਰ ਸੁੱਟਦਾ ਆ ਤੇ ਉਹ ਕਹੂਗੀ ਜਾਂ ਟਿਕਾਣੇ ਰੱਖ। ਉਹ ਕਿਸ ਤਰ੍ਹਾਂ ਜਿਹੜੀ ਸਟਾਰਟ ਕਰ ਸਕੇ ਮਾਂ ਜਿਹੜੀ ਆ ਬੱਚੇ ਨੂੰ ਝਿੜਕੇ ਜਾਂ ਪਿਆਰ ਦੇ ਨਾਲ ਕਿਸ ਤਰ੍ਹਾਂ ਨੈਤਿਕ ਸਿੱਖਿਆ ਜਿਹੜੀ ਆਪਾਂ ਸਟਾਰਟਿੰਗ ਤੋਂ ਕਰ ਲਈਏ ਕਿ ਸ਼ੁਰੂ ਹੋ ਜਾਵੇ ਉਹਦੀ ਬੱਚੇ ਦੀ। ਜੀ ਵਿਦਵਾਨਾਂ ਨੇ ਵੈਸੇ ਇਸ ਵਾਰੀ ਕਿਹਾ ਹੋਇਆ ਆ ਜੀ ਕਿ ਮਦਰ ਇਜ਼ ਦਾ ਬੈਸਟ ਟੀਚਰ ਜੀ। ਤੇ ਅਮਰੀਕਾ ਦੇ ਰਾਸ਼ਟਰਪਤੀ ਐਬਰਾਹਿਮ ਲਿੰਕਨ ਨੇ ਕਿਹਾ ਸੀ ਕਿ ਜੋ ਕੁਝ ਮੈਂ ਅੱਜ ਹਾਂ ਜਾਂ ਮੈਂ ਕੁਝ ਬਣਨਾ ਚਾਹੁੰਦਾ ਆ, ਇਹ ਮੈਂ ਸਿਰਫ ਤੇ ਸਿਰਫ ਆਪਣੀ ਮਾਂ ਦੇ ਕਰਕੇ ਜੀ, ਕਿਉਂਕਿ ਜੋ ਮੇਰੀ ਮਾਂ ਨੇ ਮੈਨੂੰ ਸਿਖਾਇਆ ਆ ਉਸ ਕਰਕੇ ਹੀ ਮੈਂ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਰਿਹਾ ਹੈ। ਬੱਚੇ ਦੇ ਵਧਣ ਵਾਸਤੇ ਇਹ ਸਮਾਜ ਦੇ ਵਿੱਚ ਵਿਚਰਨਾ ਜਿਹੜਾ ਆ ਜੀ, ਉਹਦੇ ਵਾਸਤੇ ਉਹਨੂੰ ਅੱਛੇ ਗੁਣ ਜਿਹੜੇ ਗ੍ਰਹਿਣ ਕਰਾਣੇ ਆ ਉਹ ਮਾਤਾ ਪਿਤਾ ਨੇ, ਉਹਦੇ ਵੱਡੇ ਬਜ਼ੁਰਗਾਂ ਨੇ, ਦਾਦੀ ਨੇ, ਬਾਬੇ ਨੇ, ਜੋ ਤਾਏ ਚਾਚੇ ਸਾਰੇ, ਜਿਵੇਂ ਕਿ ਉਹਨੂੰ ਚੰਗੇ ਕੰਮ ਕਰਨ ਵਾਸਤੇ ਕਹਿੰਦੇ ਆ ਜੀ, ਉਹਨੂੰ ਹਾਂ ਕਰਨ ਵਾਸਤੇ ਕਹਿੰਦੇ ਆ, ਉਸ ਨੂੰ ਮਿਲ ਵਰਤਣ ਵਾਸਤੇ ਕਹਿੰਦੇ ਆ, ਉਸ ਨੂੰ ਪਿਆਰ ਕਰਨ ਵਾਸਤੇ ਕਹਿੰਦੇ ਆ ਤੇ ਉਸ ਨੂੰ ਹਮਦਰਦੀ ਦੀ ਭਾਵਨਾ ਉਸ ਵਿੱਚ ਪੈਦਾ ਹੁੰਦੀ ਆ ਬੱਚੇ ਦੇ ਵਿੱਚ। ਔਰ ਬੱਚਾ ਸੋਚਦਾ ਇਹ ਕੀ ਗਲਤ ਆ ਕੀ ਠੀਕ ਆ, ਔਰ ਕਹਿਣਾ ਮੰਨਣਾ ਜਿਹੜਾ ਹੈਗਾ ਬੱਚਾ ਆਪਣੇ ਮਾਂ-ਪਿਓ ਕੋਲੋਂ ਹੀ ਸਿੱਖਦਾ ਆ। ਉਸ ਤੋਂ ਬਾਅਦ ਵਿੱਚ ਜਾ ਕੇ ਜ਼ਿੰਦਗੀ ਦੇ ਵਿੱਚ ਫਿਰ ਉਹ ਆਪਣੇ ਅਧਿਆਪਕਾਂ ਕੋਲੋਂ ਹਰ ਗੱਲ ਦਾ ਜੇ ਉਹ ਕਹਿਣਾ ਮੰਨੇਗਾ ਤੇ ਉਹ ਆਪਣੀ ਮੰਜ਼ਿਲ ਤੱਕ ਪਹੁੰਚ ਸਕਦਾ ਹੈ। ਜੀ ਬਿਲਕੁਲ ਜੀ। ਜਿਸ ਤਰ੍ਹਾਂ
ਬੱਚਾ ਤੁਸੀਂ ਦੱਸਿਆ ਕਿ ਬੱਚਾ ਜਿਹੜਾ ਮਾਂ ਆ ਜਿਹੜੀ ਸਭ ਪਹਿਲਾ ਗੁਰੂ ਆ ਜਿਹੜਾ ਇਬਰਾਹਿਮ ਲਿੰਕਨ ਨੇ ਵੀ ਦੱਸਿਆ ਕਿ ਉਹ ਜਿਹਨੇ ਜੋ ਵੀ ਉਹ ਦੁਨੀਆ ਦੇ ਵਿੱਚ ਇਸ ਵੇਲੇ ਹੈ ਉਹ ਆਪਣੀ ਮਾਂ ਦੀ ਬਦੌਲਤ ਹੈਗਾ। ਤੇ ਆਪਾਂ ਵੀ ਕਹਿ ਲਏ ਇਹ ਜਿਹੜਾ ਬੱਚਾ ਹੈ ਉਹ ਬਹੁਤੀਆਂ ਜਿਹੜੇ ਗਾਉਣਿਆਂ ਗ੍ਰਹਿਣ ਜਿਹੜੀ ਆਪਣੀ ਮਾਂ ਤੋਂ ਹੀ ਕਰ ਜਾਂਦਾ ਹੈ। ਤੇ ਕਈ ਵਾਰੀ ਇੱਕ ਬੱਚੇ ਜਿਹੜੇ ਅੱਜ ਕੱਲ੍ਹ ਦਾ ਜਿਹੜਾ ਆਧੁਨਿਕ ਗੱਲ ਕਰ ਲਈਏ ਕਿ ਬੱਚਾ ਇੱਕ ਬੱਚਾ ਜਾਂ ਦੋ ਬੱਚਾ ਬੜੇ ਲਾਡ ਪਿਆਰ ਨਾਲ ਪਾਲੇ ਜਾਂਦੇ ਆ। ਬੱਚੇ ਨੂੰ ਝਿੜਕਿਆ ਨਹੀਂ ਜਾਂਦਾ, ਉਹ ਜਿੱਦ ਰੋਂਦਾ ਆ, ਉਹਨੂੰ ਹਰੇਕ ਚੀਜ਼ ਉਹਨੂੰ ਲੈ ਕੇ ਦੇ ਦਿੱਤੀ ਜਾਂਦੀ ਆ, ਜਾਂ ਉਹ ਜਿੱਦ ਕਰਦਾ ਕੋਈ ਇਹੋ ਜਿਹਾ ਵੀ ਆਪਾਂ ਕੰਮ ਕਰ ਜਾਂਦੇ ਹਾਂ ਜਿਹੜੇ ਉਹ ਬੱਚੇ ਦੇ ਅਸੀਂ ਉਹ ਜ਼ਿੰਦਗੀ ਦੇ ਵਿੱਚ ਗਾਂਹ ਜਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਉਹ ਗਲਤ ਸਾਬਤ ਹੁੰਦੇ ਆ, ਉਹਦੇ ਲਈ ਨੁਕਸਾਨਦੇਹ ਸਾਬਤ ਹੁੰਦੇ ਆ। ਕੀ ਆਪਾਂ ਨੈਤਿਕ ਸਿੱਖਿਆ ਦੇਣ ਲਈ ਬੱਚੇ ਨੂੰ ਝਿੜਕਣਾ ਜਾਂ ਉੱਤੇ ਰੋਕਾਂ ਲਗਾਉਣੀਆਂ ਵੀ ਜ਼ਰੂਰੀ ਹੈਗੀਆਂ? ਜੀ ਸਰ, ਇਸ ਤਰ੍ਹਾਂ ਗੱਲ ਹੈ ਕਿ ਅੱਜ ਕੱਲ ਸਾਡਾ ਜਿਹੜਾ ਇੰਟਰਨੈਟ ਦਾ ਯੁੱਗ ਆ ਔਰ ਹਰ ਇਨਸਾਨ ਦੀ ਜਿਹੜੀ ਹੈਗੀ ਆ ਪੈਸਾ ਕਮਾਉਣ ਵਾਸਤੇ ਰੇਸ ਲੱਗੀ ਹੋਈ ਆ। ਮਹਿੰਗਾਈ ਦਾ ਯੁੱਗ ਆ, ਔਰਤ ਵੀ ਕੰਮ ਕਰਦੀ ਆ, ਮਰਦ ਵੀ ਕੰਮ ਕਰਦਾ ਆ। ਇੱਕ ਰੋਜ਼ਗਾਰ ਦੇ ਸਿਲਸਿਲੇ ਵਿੱਚ ਉਹ ਆਪਣੇ ਘਰਾਂ ਨੂੰ ਛੱਡ ਜਾਂਦੇ ਨੇ, ਦੂਰ ਚਲੇ ਜਾਂਦੇ ਨੇ ਤੇ ਕੈਰੀ ਫੈਮਿਲੀ ਵਿੱਚ ਰਹਿੰਦੇ ਨੇ। ਕਹਿੰਦੇ ਨੇ ਛੋਟਾ ਪਰਿਵਾਰ ਸੁਖੀ ਪਰਿਵਾਰ। ਇਸ ਕਹਾਵਤ ਉੱਤੇ ਵੀ ਅਸੀਂ ਆਪਣੇ ਪਰਿਵਾਰਾਂ ਨੂੰ ਜਿਹੜਾ ਕੀਤਾ ਆ, ਪਰ ਇੱਥੇ ਬੱਚਿਆਂ ਦਾ ਬਹੁਤ ਲਾਸ ਹੋਇਆ। ਬੱਚਿਆਂ ਨੂੰ ਵੱਡਿਆਂ ਦਾ ਪਿਆਰ ਨਹੀਂ ਮਿਲਿਆ। ਬੱਚੇ ਘਰ ਦੇ ਵਿੱਚ ਰਹਿੰਦੇ ਨੇ, ਮਨ ਮਰਜ਼ੀ ਕਰਦੇ ਨੇ, ਮਾਤਾ ਪਿਤਾ ਤੋਂ ਹਰ ਖੁਆਇਸ਼ ਜਿਹੜੀ ਆਪਣੀ ਪੂਰੀ ਕਰਵਾਉਂਦੇ ਨੇ। ਤੇ ਇਸ ਕਰਕੇ ਮੈਂ ਤਾਂ ਇਹੀ ਕਹਾਂਗੀ ਕਿ ਜਿਹੜੇ ਮਾਤਾ ਪਿਤਾ ਨੇ, ਭਾਵੇਂ ਉਹ ਕਿੱਡੀ ਦੂਰ ਵੀ ਜਾ ਕੇ ਆਪਣੇ ਰੋਜ਼ਗਾਰ ਦੀ ਭਾਲ ਵਿੱਚ ਗਏ ਨੇ, ਉਹ ਕੰਮ ਕਰਦੇ ਨੇ, ਵਧੀਆ ਜਿਉਣਾ ਜਿਉਂਦੇ ਨੇ, ਉਹਨਾਂ ਦਾ ਵਧੀਆ ਸਟੇਟਸ ਆ, ਪਰ ਫਿਰ ਵੀ ਉਹਨਾਂ ਨੂੰ ਆਪਣੇ ਸਮਾਜ ਵਿੱਚ ਵਾਪਸ ਜ਼ਰੂਰ ਜਾਣਾ ਚਾਹੀਦਾ, ਜਲਦੀ ਤੋਂ ਜਲਦੀ ਬੱਚਿਆਂ ਨੂੰ ਲੈ ਕੇ, ਤਾਂ ਕਿ ਬੱਚਿਆਂ ਨੂੰ ਉਹਨਾਂ ਰਿਸ਼ਤਿਆਂ ਦੀ ਪਛਾਣ ਹੋਵੇ ਜਿਨ੍ਹਾਂ ਨੂੰ ਉਹ ਭੁੱਲ ਗਏ ਨੇ। ਉਹਨਾਂ ਕੋਲ ਜੋ ਉਹਨਾਂ ਨੇ ਸਿੱਖਣਾ ਹੈਗਾ ਆ, ਹਮਦਰਦੀ ਦੀ ਭਾਵਨਾ, ਆਗਿਆਕਾਰੀ, ਕਹਿਣਾ ਮੰਨਣਾ, ਸੱਚ, ਇਮਾਨਦਾਰੀ, ਆਪਣਾ ਚੰਗਾ ਆਚਰਣ ਜਿਹੜਾ ਹੈਗਾ ਆ, ਉਹ ਆਪਣੇ ਸਮਾਜ ਵਿੱਚ ਜਾ ਕੇ ਸਿੱਖਦਾ ਆ, ਆਪਣੇ ਬਜ਼ੁਰਗਾਂ ਕੋਲੋਂ, ਆਪਣੇ ਤਾਇਆ ਚਾਚਿਆਂ ਕੋਲੋਂ, ਭੂਆ ਮਾਸੀਆਂ ਕੋਲੋਂ। ਪਰ ਸਾਡੇ ਕੋਲ ਅੱਜ ਕੱਲ੍ਹ ਟਾਈਮ ਹੀ ਨਹੀਂ ਹੈਗਾ ਜਾਣ ਦਾ। ਅਸੀਂ ਸਾਰੇ ਇੱਥੇ ਜਾ ਕੇ ਟਿਕ ਜਾਂਦੇ ਵੀ ਸਾਡੇ ਕੋਲ ਕੋਈ ਟਾਈਮ ਨਹੀਂ ਹੈਗਾ ਜਾਣ ਦਾ। ਜਾਂਦੇ ਹੋ 1 ਘੰਟਾ ਜਾਂਦੇ ਹੋ, ਉਸੇ ਵੇਲੇ ਵਾਪਸ ਆ ਜਾਂਦੇ ਹੋ। ਤੇ ਸਾਡੇ ਬੱਚੇ ਜਿਹੜੇ ਹੈਗੇ ਆ, ਇੱਕ ਲੜਕੀ ਇੱਕ ਲੜਕਾ, ਅੱਜ ਕੱਲ੍ਹ ਮੋਸਟਲੀ ਇਸ ਤਰ੍ਹਾਂ ਹੈਗਾ ਆ। ਇਹ ਵੀ ਬੱਚੇ ਨੂੰ ਜਿਹੜਾ ਹੈਗਾ ਆ ਸਾਡੀ ਨੈਤਿਕ ਸਿੱਖਿਆ ਤੋਂ ਵਾਂਝਾ ਕਰਵਾ ਰਿਹਾ ਹੈ। ਗੱਲ ਆਪਾਂ ਕਰਦੇ ਸੀ ਨੈਤਿਕ ਸਿੱਖਿਆ, ਜਿਸ ਤਰ੍ਹਾਂ ਤੁਸੀਂ ਵੀ ਇੱਕ ਨੌਕਰੀ ਪੇਸ਼ਾ ਹੋ ਸੀ ਤੇ ਜਿਹੜੇ ਸਾਥੀ ਹਸਬੈਂਡ ਤੁਹਾਡੇ ਉਹ ਵੀ ਨੌਕਰੀ ਪੇਸ਼ਾ ਸੀ, ਤੁਹਾਡੇ ਵੀ ਬੱਚੇ ਹੁੰਦੇ ਸੀ ਹੈਗੇ ਆ, ਤੇ ਉਹ ਉਹਨਾਂ ਦੀ ਸਿੱਖਿਆ ਜਦੋਂ ਤੁਸੀਂ ਦੋਨੇ ਜਣੇ ਆ ਚਲੇ ਜਾਂਦੇ ਸੀ ਨੌਕਰੀ ਤੇ ਚਲੇ ਜਾਂਦੇ, ਬੱਚਾ ਸਕੂਲ ਸਵੇਰੇ ਭੇਜ ਜਾਂਦੇ ਸੀ, ਪਰ ਜਦੋਂ ਸ਼ਾਮ ਨੂੰ ਆਉਂਦੇ ਸੀਗੇ ਤੁਸੀਂ ਬੱਚਾ ਤੁਹਾਡਾ ਪਹਿਲਾਂ ਆ ਜਾਂਦਾ ਸੀ, ਉਹ ਆਪਣੀ ਮਨਮਰਜ਼ੀ ਬੱਚਾ ਕਰਦਾ। ਇੱਥੇ ਆਪਾਂ ਤੁਹਾਡੇ ਨਾਲ ਹੀ ਜੋੜ ਕੇ ਕਹਿੰਦੇ, ਜਦੋਂ ਤੁਹਾਡਾ ਬੱਚਾ ਮਨਮਰਜ਼ੀ ਕਰਦਾ ਸੀ ਤੁਸੀਂ ਉਹਨੂੰ ਝਿੜਕਦੇ ਸੀ ਬਈ ਬੱਚੇ ਨਹੀਂ ਇਹ ਨਹੀਂ ਚੀਜ਼ ਆਹ ਲੈਣੀ ਆ। ਬੇਸ਼ੱਕ ਬੱਚਾ ਰੋਂਦਾ ਸੀ ਜਾਂ ਜਿੱਦ ਕਰਦਾ ਸੀ, 1-2 ਘੰਟੇ ਉਹ ਰੋ ਕੇ ਚੁੱਪ ਕਰ ਜਾਏਗਾ। ਉਹ ਬੱਚੇ ਦੇ ਹੱਕ ਦੇ ਵਿੱਚ ਜਾਂਦੀ ਗੱਲ ਆ ਜਾਂ ਨਹੀਂ? ਕੋਈ ਗੱਲ ਨਹੀਂ, ਬੱਚੇ ਨੂੰ ਰੋਣ ਨਹੀਂ ਦੇਣਾ, ਇਹਨੂੰ ਚੀਜ਼ ਜਿਹੜੀ ਮੰਗਦਾ ਦੇ ਦਿਓ। ਤੁਹਾਡਾ ਕਿਸ ਤਰ੍ਹਾਂ ਦਾ ਰੁਝਾਨ ਹੁੰਦਾ ਸੀਗਾ ਇਸ? ਦੇਖੋ ਜੀ, ਅਸੀਂ ਵੀ ਦੋਨੇ ਕਪਲ ਜਿਹੜੀ ਕਿ ਟੀਚਿੰਗ ਦੇ ਨਾਲ ਲਿੰਕ ਹੈਗੇ ਆ, ਟੀਚਿੰਗ ਖੇਤਰ ਵਿੱਚ ਅਸੀਂ ਸੇਵਾ ਨਿਭਾ ਰਹੇ ਹਾਂ। ਔਰ ਅਸੀਂ ਵੀ ਇੱਥੇ ਨਵੇਂ ਸ਼ਹਿਰ ਤੋਂ ਆ ਕੇ ਜਲੰਧਰ ਜ਼ਿਲ੍ਹੇ ਦੇ ਵਿੱਚ ਸੀਨੀਅਰ ਸੈਕੰਡਰੀ ਦੋਲੀ ਕੇ ਜੂੜੇ ਦੇ ਵਿੱਚ ਅਸੀਂ ਜੌਬ ਕੀਤੀ ਆ। ਤੇ ਅਸੀਂ ਇੱਥੋਂ ਤੱਕ ਕਿ ਬੱਚਿਆਂ ਨੂੰ ਆਪਣੇ ਨਾਲ ਅਟੈਚ ਰੱਖਣ ਵਾਸਤੇ ਅਸੀਂ ਉਸ ਪਿੰਡ ਵਿੱਚ ਹੀ ਰਹਿਣਾ ਸ਼ੁਰੂ ਕਰ ਦਿੱਤਾ ਸੀ। ਠੀਕ ਹੈ ਜੀ। ਤੇ ਅਸੀਂ ਪਿੰਡ ਦੇ ਵਿੱਚੋਂ ਬਹੁਤ ਹੀ ਸਿਆਣੀ, ਬਹੁਤ ਹੀ ਨੇਕ, ਇਮਾਨਦਾਰ ਔਰਤ ਨੂੰ ਲੱਭ ਕੇ ਬੱਚਿਆਂ ਦੀ ਦੇਖਭਾਲ ਵਾਸਤੇ ਰੱਖਿਆ ਸੀ। ਈਵਨ ਕਿ ਜਦੋਂ ਅਸੀਂ ਵਾਪਸ ਆ ਜਾਂਦੇ ਸੀ ਤਾਂ ਵੀ ਉਹ ਬੱਚਿਆਂ ਦੀ ਬਹੁਤ ਚੰਗੀ ਤਰ੍ਹਾਂ ਦੇਖਭਾਲ ਕਰਦੀ ਸੀ, ਪਰ ਅਸੀਂ ਉਸ ਤੋਂ ਬਾਅਦ ਬੱਚਿਆਂ ਨੂੰ ਅਲੱਗ ਨਹੀਂ ਸੀ ਕਰਦੀ। ਛੁੱਟੀ ਵਾਲੇ ਦਿਨ ਆਪਣੇ ਬੱਚਿਆਂ ਨੂੰ ਨਾਲ ਰੱਖਣਾ, ਔਰ ਅਸੀਂ ਉਹਨਾਂ ਨੂੰ ਆਪਣੇ ਪਿਛਲੇ ਪਿੰਡ ਦੇ ਨਾਲ ਪਹਿਚਾਣ ਕਰਾਉਣ ਵਾਸਤੇ ਮਹੀਨੇ ਦੇ ਵਿੱਚ 1 ਵਾਰੀ ਅਸੀਂ ਜ਼ਰੂਰ ਜਾਂਦੇ ਹਾਂ। ਮੇਰੇ ਬੱਚਿਆਂ ਦਾ ਜਿਵੇਂ ਕਹਿਦਾ ਕਿ ਉਹਨਾਂ ਨੇ ਬਹੁਤ ਵਧੀਆ ਆਪਣਾ ਬਚਪਨ ਬਤੀਤ ਕੀਤਾ ਆ, ਔਰ ਅੱਗੇ ਉਹਨਾਂ ਨੇ ਐਜੂਕੇਸ਼ਨ ਲੈ ਕੇ ਅੱਜ ਕੱਲ੍ਹ ਮੇਰੇ ਬੱਚੇ ਜਿਹੜੇ ਹੈਗੇ ਆ ਉਹ ਬਹੁਤ ਵਧੀਆ ਹਾਇਰ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ। ਮੇਰੇ 1 ਬੇਟੀ 2 ਲੜਕੇ ਨੇ। ਬੇਟੀ ਮੇਰੀ ਇਸ ਵੇਲੇ MD ਕਰ ਰਹੀ ਹੈਗੀ ਆ ਸ਼ਿਮਲੇ ਦੇ ਵਿੱਚ, ਔਰ ਮੇਰਾ 1 ਲੜਕਾ ਜਿਹੜਾ ਹੈਗਾ ਆ ਉਹ ਰਜਿੰਦਰਾ ਕਾਲਜ ਪਟਿਆਲੇ ਦੇ ਵਿੱਚ MBBS ਕਰ ਰਿਹਾ ਆ, ਤੇ 1 ਲੜਕੇ ਨੇ ਮੇਰੇ ITI ਜਿਹੜੀ ਆ ਉਹ ਕੀਤੀ। ਉਹਦੇ ਨਾਲ ਕੀ ਆ ਕਿ ਅਸੀਂ ਦੋਵੇਂ ਜਣੇ ਬੱਚਿਆਂ ਦੇ ਨਾਲ ਬਹੁਤ ਅਟੈਚ ਆ। ਅਸੀਂ ਆਪਣੇ ਬੱਚਿਆਂ ਨੂੰ ਕਿਸੇ ਵੀ ਗੱਲ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਤੇ ਪੇਰੈਂਟਸ ਨੂੰ ਇਸ ਤਰ੍ਹਾਂ ਹੀ ਚਾਹੀਦਾ ਆ
ਕਿ ਜੇ ਉਹ ਜਾਂਦੇ ਵੀ ਆ ਜੌਬ ਕਰਨ ਵਾਸਤੇ, ਉਹ ਜ਼ਰੂਰ ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰਨ। ਜੀ ਬਿਲਕੁਲ ਜੀ, ਇਹ ਨਹੀਂ ਹੋਣਾ ਚਾਹੀਦਾ ਕਿ ਜਿਹੜਾ ਮੈਂ ਨੌਕਰੀ ਕਰਕੇ ਆਇਆ, ਮੈਂ ਥੱਕਿਆ ਹੋਇਆ ਆ, ਉਹ ਬੱਚਿਆਂ ਨੂੰ ਚਲੋ ਤੁਸੀਂ ਆਪਣਾ ਕੰਮ ਕਰੋ, ਤੁਸੀਂ ਪੜ੍ਹੋ। ਜੇ ਤੁਸੀਂ ਆਏ ਵੀ ਆ, ਉਹਨਾਂ ਦੀ ਘੰਟਾ ਜਾਂ 2 ਘੰਟੇ ਬੱਚਿਆਂ ਦੇ ਵਿੱਚ ਬੈਠ ਕੇ ਪਰਿਵਾਰ ਦੇ ਨਾਲ ਉਹਨਾਂ ਨੂੰ ਜੁੜੋ, ਉਹਨਾਂ ਦੀਆਂ ਸਮੱਸਿਆ ਸੁਣੋ, ਜਾਂ ਉਹਨਾਂ ਦੇ ਜਿਹੜੀਆਂ ਆਪ ਭਾਵ ਆ ਆਪਣੇ ਨਾਲ ਅਟੈਚਮੈਂਟ ਰੱਖਣੀ ਚਾਹੀਦੀ ਹੈ। ਜਿਹੜਾ ਤੁਸੀਂ ਉਹ ਕੀਤਾ, ਤੁਹਾਡਾ ਇੱਕ ਵਧੀਆ ਪਰਿਵਾਰ ਆ ਜਿਹੜਾ ਤਰੱਕੀ ਕਰ ਰਿਹਾ, ਬੱਚੇ ਸਾਰੇ ਜਿਹੜੇ ਠੀਕ ਠਾਕ ਨੇ, ਜਿਹੜੇ ਉਹ ਆਪਣੇ ਜਿਹੜੇ ਆ ਐਜੂਕੇਸ਼ਨ ਜਿਹੜੀ ਆ ਉੱਚ ਐਜੂਕੇਸ਼ਨ ਪ੍ਰਾਪਤ ਕਰ ਰਹੇ ਨੇ। ਤੇ ਗੱਲ ਆਪਾਂ ਫਿਰ ਆਉਂਦੇ ਹਾਂ ਨੈਤਿਕ ਸਿੱਖਿਆ ਤੇ। ਨੈਤਿਕ ਸਿੱਖਿਆ ਦੇ ਜਿਹੜੇ ਮੁੱਢਲੇ ਗੁਣ ਆ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਨੈਤਿਕ ਸਿੱਖਿਆ ਦੇ ਮੁੱਢਲੇ ਗੁਣ ਕਿਹੜੇ ਆ, ਉਹ ਕਿਸ ਤਰ੍ਹਾਂ ਗ੍ਰਹਿਣ ਬੱਚੇ ਨੂੰ ਆਪਾਂ ਕਰਾਈਏ ਕਿ ਜਿਹੜੇ ਉਹਨੂੰ ਪਤਾ ਲੱਗ ਜਾਵੇ ਕਿ ਆਹ ਕੰਮ ਮੇਰੇ ਲਈ ਜ਼ਿੰਦਗੀ ਲਈ ਜ਼ਰੂਰੀ ਹੈ, ਜਾਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਕੰਮ ਆਏਗਾ। ਗੁਣ ਆਪਾਂ ਗੁਣਾਂ ਤੇ ਗੱਲ ਕਰਦੇ ਹਾਂ ਵੀ ਗੁਣ ਕਿਹੜੇ ਕਿਹੜੇ ਨੇ ਜੀ। ਦੇਖੋ ਜੀ, ਬੱਚਾ ਤਾਂ ਬਿਲਕੁਲ ਇੱਕ ਕੋਰੇ ਕਾਗਜ਼ ਵਾਂਗੂ ਜੀ ਜੀ, ਜੋ ਤੁਸੀਂ ਕਹਿੰਦੇ ਹੁੰਦੇ ਆ ਕਿ ਕੋਰੇ ਕਾਗਜ਼ ਤੇ ਲਿਖ ਜਾਓ, ਉਹ ਛਪ ਜਾਂਦਾ ਔਰ ਬੱਚਾ ਕਦੀ ਨਹੀਂ ਭੁੱਲਦਾ। ਜੀ ਬਿਲਕੁਲ। ਇਸ ਦੇ ਨਾਲ ਮੈਂ ਤਾਂ ਇਹ ਕਹਾਂਗੀ ਕਿ ਛੋਟੇ ਬੱਚਿਆਂ ਨੂੰ ਨੈਤਿਕ ਸਿੱਖਿਆ ਦੇ ਨਾਲ ਜੋੜਨ ਵਾਸਤੇ ਉਹਨਾਂ ਨੂੰ ਕਹਾਣੀਆਂ, ਉਹਨਾਂ ਨੂੰ ਸਾਡੀ ਜਿਹੜੀ ਅਮੀਰ ਵਿਰਸਾ ਸਾਡਾ ਆ, ਜਿਹੜੀ ਸਾਡੀ ਸੱਭਿਆਚਾਰ ਆ, ਜਿਹੜੀ ਸਾਡੀਆਂ ਪਰੰਪਰਾਵਾਂ ਨੇ, ਉਹਨਾਂ ਦੇ ਨਾਲ ਜੋੜ ਕੇ ਰੱਖਣਾ ਚਾਹੀਦਾ। ਬਿਲਕੁਲ। ਜੇ ਅਸੀਂ ਉਹਨਾਂ ਦੇ ਨਾਲ, ਉਹਨਾਂ ਨੂੰ ਕਹਾਣੀਆਂ ਦੇ ਥਰੂ ਹਨਾ, ਤੇ ਉਹਨਾਂ ਨੂੰ ਅਸੀਂ ਕਿਤਾਬਾਂ ਛੋਟੀਆਂ ਜਿਹੜੀਆਂ ਉਹ ਪੜ੍ਹਨ ਵਾਸਤੇ ਦਈਏ, ਜਿਹਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗੇ ਵੀ ਅਸੀਂ ਕਿੱਦਾਂ ਕਿਸੇ ਦੀ ਮਦਦ ਕਰਨੀ ਹੈ, ਅਸੀਂ ਸੱਚ ਹੀ ਬੋਲਣਾ ਆ, ਅਸੀਂ ਬਿਲਕੁਲ ਝੂਠ ਨਹੀਂ ਬੋਲਣਾ, ਝੂਠ ਸਾਡੀ ਜ਼ਿੰਦਗੀ ਨੂੰ ਬਰਬਾਦ ਕਰ ਦੇਗਾ। ਇਸ ਤਰ੍ਹਾਂ ਦੀਆਂ ਕਹਾਣੀਆਂ ਉਹਨਾਂ ਨੂੰ ਦੱਸਣੀਆਂ ਚਾਹੀਦੀਆਂ ਆ, ਰਾਜਿਆਂ ਰਾਣਿਆਂ ਦੀਆਂ ਕਹਾਣੀਆਂ, ਜਾਂ ਫਿਰ ਸਾਡੇ ਬਹੁਤ ਹੀ ਯੋਧੇ ਮਹਾਨ ਹੋਏ ਨੇ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਦੇਸ਼ ਦੀ ਖਾਤਰ, ਔਰ ਉਹਨਾਂ ਦੇ ਬਾਰੇ ਉਹਨਾਂ ਨੂੰ ਜਾਣੂ ਕਰਵਾਉਣਾ ਚਾਹੀਦਾ ਆ। ਇਹ ਬਹੁਤ ਜ਼ਰੂਰੀ ਹੈ ਕਿ ਸਾਡਾ ਜਿਹੜਾ ਸਮਾਜ ਆ, ਸਾਡਾ ਜਿਹੜਾ ਅਮੀਰ ਵਿਰਸਾ ਆ, ਉਸ ਬਾਰੇ ਬੱਚਿਆਂ ਨੂੰ ਜ਼ਰੂਰ ਗਿਆਨ ਦੇਵੇ, ਤਾਂ ਕਿ ਬੱਚੇ ਜਿਹੜੇ ਆ ਜ਼ਿੰਦਗੀ ਦੇ ਵਿੱਚ ਸਕਸੈਸ ਹੋਣ ਔਰ ਆਪਣੀ ਜ਼ਿੰਦਗੀ ਤੋਂ ਭਟਕਣ ਨਾ। ਜਿਵੇਂ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਕ੍ਰਿਤੀਆਂ ਜਿਹੜੀਆਂ ਆ ਚੁੱਕੀਆਂ ਨੇ, ਬਹੁਤ ਬੁਰਾਈਆਂ ਆ ਚੁੱਕੀਆਂ ਨੇ, ਬੱਚੇ ਚਿੜਚਿੜੇ ਬਣ ਰਹੇ ਨੇ, ਬੱਚੇ ਇੰਟਰਨੈਟ ਨਾਲ ਜੁੜੇ ਰਹਿੰਦੇ ਨੇ। ਈਵਨ ਕਿ ਘਰ ਦੇ ਵਿੱਚ ਜੇ ਕੋਈ ਬੱਚਾ ਆ ਵੀ ਜਾਂਦਾ ਆ, ਕੋਈ ਰਿਸ਼ਤੇਦਾਰ ਆਉਂਦਾ ਆ, ਬੱਚਾ ਆਪਣੀਆਂ ਚੀਜ਼ਾਂ ਚੱਕ ਕੇ ਲੁਕਾਉਂਦਾ ਆ, ਮੈਂ ਇਹ ਨਹੀਂ ਦੇਣਾ ਉਹਨੂੰ, ਮੈਂ ਉਹਨੂੰ ਚੱਪਲ ਨਹੀਂ ਦੇਣੀ, ਮੈਂ ਉਹਨੂੰ ਆਪਣਾ ਖਿਡੌਣਾ ਨਹੀਂ ਦੇਣਾ, ਉਹਨੇ ਤੋੜ ਦੇਣਾ ਆ। ਤੇ ਇਸ ਤਰ੍ਹਾਂ ਬੱਚਿਆਂ ਦੀਆਂ ਜਿਹੜੀਆਂ ਭਾਵਨਾਵਾਂ ਜਿਹੜੀਆਂ ਉਹ ਸਾਰਿਆਂ ਨੂੰ ਠੇਸ ਪਹੁੰਚਦੀ ਹੈਗੀ ਆ। ਬੱਚਿਆਂ ਨੂੰ ਮਿਲਵਰਤਨ ਦੀ ਜਿਹੜੀ ਹੈਗੀ ਆਦਤ ਪਾਉਣੀ ਚਾਹੀਦੀ ਆ, ਔਰ ਘਰ ਵਿੱਚ ਜਦੋਂ ਕੋਈ ਵੀ ਗੈਸਟ ਆਉਂਦਾ ਆ, ਪੇਰੈਂਟਸ ਕਹਿ ਕੇ ਕਿ ਤੁਸੀਂ ਨਮਸਤੇ ਬੁਲਾਓ, ਤੁਸੀਂ ਸਤਿ ਸ੍ਰੀ ਅਕਾਲ ਬਣਾਓ, ਔਰ ਬੱਚੇ ਜਿਹੜੇ ਹੈਗੇ ਆ ਉਹ ਫਟਾਫਟ ਆਪਣੇ ਕਮਰੇ ਵਿੱਚ ਭੱਜ ਜਾਂਦੇ ਆ। ਇਸ ਗੱਲ ਤੋਂ ਸਾਨੂੰ ਬੱਚਿਆਂ ਨੂੰ ਰੋਕਣਾ ਚਾਹੀਦਾ ਆ, ਬੱਚਿਆਂ ਨੂੰ ਆਪਣੇ ਕੋਲ ਬਿਠਾਉਣਾ ਚਾਹੀਦਾ, ਬੱਚਿਆਂ ਨੂੰ ਰਿਸ਼ਤਿਆਂ ਦੀ ਪਹਿਚਾਣ ਕਰਾਉਣੀ ਚਾਹੀਦੀ। ਬਿਲਕੁਲ, ਜਾਨੀ ਕਿ ਇਹ ਨੈਤਿਕ ਸਿੱਖਿਆ ਦੇ ਸਮਝ ਲਓ ਬੱਚਾ ਇੱਕ ਕਿਸਮ ਦਾ ਬਣ ਜਾਇਆ, ਜਦੋਂ ਉਹਨੂੰ ਨੈਤਿਕ ਸਿੱਖਿਆ ਤੋਂ ਵੀ ਬੱਚਾ ਕੋਈ ਦੂਸਰਾ ਬੱਚਾ ਆਉਂਦਾ ਕਿ ਮੈਂ ਇਹਨੂੰ ਇਹ ਚੀਜ਼ ਨਹੀਂ ਦੇਣੀ, ਜਾਂ ਕੋਈ ਗੈਸਟ ਆ ਜਾਂਦਾ ਸਾਡੇ ਘਰ ਦੇ ਵਿੱਚ, ਉਹ ਆਉਂਦਾ ਤਾਂ ਉਹਨੂੰ ਨਮਸਤੇ ਸਲਾਮ ਨਹੀਂ ਕਰਨਾ। ਤੇ ਇਹ ਜਿਹੜੀ ਆ ਬੱਚੇ ਨੂੰ ਆਪਾਂ ਨੈਤਿਕ ਸਿੱਖਿਆ ਤਾਂ ਹੀ ਦੇਵਾਂਗੇ ਜੇ ਅਸੀਂ ਉਹਨੂੰ ਆਪਣੇ ਨਾਲ ਰੱਖਾਂਗੇ, ਜਾਂ ਆਪਣੇ ਨਾਲ ਕਿਤੇ ਹੋਰ ਰਿਸ਼ਤੇਦਾਰਾਂ ਦੇ ਲੈ ਕੇ ਜਾਵਾਂਗੇ, ਉਹਦੇ ਭੂਆ ਫੁੱਫੜਿਆਂ ਦੇ ਲੈ ਕੇ ਜਾਵਾਂਗੇ, ਜਾਂ ਕਿਤੇ ਹੋਰ ਤਰੀਕੇ ਦੇ ਨਾਲ ਮਾਸੀਆਂ ਦੇ ਕੋਲ ਮਿਲਾਵਾਂਗੇ, ਉਹਨੂੰ ਬਾਕੀ ਬੱਚਿਆਂ ਨਾਲ ਮਿਲੇਗਾ ਤਾਂ ਇਸ ਤਰ੍ਹਾਂ ਜਿਹੜੀ ਆ ਉਹ ਨੈਤਿਕ ਸਿੱਖਿਆ ਉਹਦੀ ਆਏਗੀ। ਜਿਹੜੀ ਨੈਤਿਕ ਸਿੱਖਿਆ ਦੀ ਆਪਾਂ ਬੱਚੇ ਦੀ ਜੇ ਅਸੀਂ ਗੱਲ ਕਰ ਲਈ ਆ, ਆਪਾਂ ਇੱਕ ਸੰਸਕਾਰਾਂ ਦੀ ਗੱਲ ਕਰਦੇ ਹਾਂ। ਪਹਿਲਾਂ ਜਿਹੜੇ ਪਰਿਵਾਰ ਸੀ ਉਹ ਜੁਆਇੰਟ ਫੈਮਲੀਆਂ ਸੀਗੀਆਂ, ਜਦੋਂ ਘਰ ਪਰਿਵਾਰ ਦੇ ਵਿੱਚ ਦਾਦੀ ਬਾਬਾ ਵੀ ਹੁੰਦੇ ਸੀਗੇ, ਭੂਆ ਚਾਚੇ ਤਾਏ ਵੀ ਹੁੰਦੇ ਸੀ। ਜੇ ਇੱਕ ਬੱਚੇ ਨੂੰ ਕਿਸੇ ਨੇ ਝਿੜਕਣਾ ਤੇ ਉਹ ਦੂਸਰੇ ਦੇ ਕੋਲ ਚਲੇ ਜਾਂਦਾ ਸੀ, ਉਹਨੂੰ ਬਚਾਅ ਵੀ ਕਰ ਜਾਂਦਾ ਸੀਗਾ, ਤੇ ਉਹ ਇੱਕ ਕਿਸਮ ਦਾ ਉਹ ਨੈਤਿਕ ਸਿੱਖਿਆ ਹੀ ਹੋ ਜਾਂਦੀ ਸੀਗੀ। ਉਹ ਬੱਚੇ ਨੂੰ ਕਿ ਜੇ ਅਸੀਂ ਅੱਜ ਆ ਉਹ ਇੱਕ ਝਿੜਕਿਆ ਸੀ, ਮਾਂ ਨੇ ਝਿੜਕਿਆ ਤਾਂ ਆਪਣੇ ਦਾਦੀ ਕੋਲ ਚਲ ਗਿਆ, ਕੋਈ ਗੱਲ ਨਹੀਂ, ਉਹਨੂੰ ਪਿਆਰ ਦੇ ਨਾਲ ਉਹਨੂੰ ਸਮਝਾਉਂਦੀ ਸੀ ਵੀ ਤੇਰੀ ਮੰਮੀ ਨੇ ਜਾਂ ਤੇਰੀ ਬੀਬੀ ਨੇ ਇਸ ਕਰਕੇ ਝਿੜਕਿਆ ਵੀ ਆਹ ਤੂੰ ਗਲਤ ਕੰਮ ਕੀਤਾ। ਉੱਥੇ ਉਹਨੂੰ ਇੱਕ ਕਿਸਮ ਦਾ ਨੈਤਿਕ ਸਿੱਖਿਆ ਪ੍ਰਾਪਤ ਹੋ ਜਾਂਦੀ ਸੀਗੀ। ਸਰ ਹੁਣ ਵੀ ਪਰਿਵਾਰ ਦੇ ਵਿੱਚ ਇਹੀ ਆ, ਜੇ ਕਿਸੇ ਬੱਚੇ ਨੂੰ ਕੋਈ ਗੱਲ ਸਿਖਾਣੀ ਆ, ਉਹਨੇ ਕੋਈ ਗਲਤ ਕੰਮ ਕੀਤਾ, ਜੇ ਉਹਨੂੰ ਮਦਰ ਝਿੜਕਦੀ ਆ ਤੇ ਫਾਦਰ ਉਹਨੂੰ ਪਿਆਰ ਕਰਦਾ। ਬਿਲਕੁਲ। ਜੇ ਕਿਤੇ ਫਾਦਰ ਝਿੜਕਦੀ ਆ ਤੇ ਮਦਰ ਉਸਨੂੰ ਪਿਆਰ ਕਰਦੀ ਆ ਔਰ ਉਹਨੂੰ ਸਮਝਾਉਂਦੀ ਆ ਕਿ ਨਹੀਂ ਇਸ ਤਰ੍ਹਾਂ ਤੂੰ ਗਲਤੀ ਕੀਤੀ ਆ, ਇਹ ਗਲਤੀ ਮੁੜ ਕੇ ਨਹੀਂ ਕਰਨੀ। ਤੇ ਮੈਂ ਗੱਲ ਜਿਹੜੀ ਕਰ ਰਹੀ ਸੀ ਸੰਸਕਾਰਾਂ ਦੀ, ਜਿੱਦਾਂ ਉਹ ਦਾਦੀ ਬਾਬੇ ਤੋਂ ਜਾਂ ਨਾਨੀਆਂ ਤੋਂ ਕਹਾਣੀਆਂ ਸੁਣਦਾ ਸੀਗਾ, ਉਹ ਗੁਰੂਆਂ ਪੀਰਾਂ ਦੀਆਂ ਕਹਾਣੀਆਂ, ਰਾਜੇ ਰਾਣੀਆਂ ਦੀਆਂ ਕਹਾਣੀਆਂ, ਉਹ ਜਿਹੜੀ ਨੈਤਿਕ ਸਿੱਖਿਆ ਜਾਂ ਆਪਣੀ ਉਹ ਮਾਂ ਦੇ ਲਈ ਕੋਈ ਰਾਜਕੁਮਾਰ ਕਿਸ ਤਰ੍ਹਾਂ ਕੁਰਬਾਨੀਆਂ ਕਰਦਾ, ਕਿਸ ਤਰ੍ਹਾਂ ਉਹ ਜੰਗਲਾਂ ਦੇ ਵਿੱਚ ਘੁੰਮ ਕੇ ਕੋਈ ਖਾਸ ਚੀਜ਼ ਲੈ ਕੇ ਆਉਂਦਾ, ਜਾਂ ਉਹਦੀਆਂ ਨਿਗਾਹ ਅੱਖਾਂ ਖਰਾਬ ਆ ਮਾਂ ਦੀਆਂ ਤੇ ਉਹਦੇ ਲਈ ਉਹ
ਫੁੱਲ ਲੈ ਕੇ ਆਉਂਦਾ, ਉਹ ਨੈਤਿਕ ਸਿੱਖਿਆ ਦੇ ਨਾਲ ਉਹ ਬੱਚੇ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਆ ਜਾਂਦੀ ਸੀਗੀ। ਪਰ ਅੱਜ ਜਿਹੜੇ ਸਾਡੇ ਪਰਿਵਾਰ ਆ ਉਹ ਸੀਮਤ ਹੋ ਗਏ ਆ, ਜਿਹੜੇ ਮਾਂ ਪਿਓ ਆ ਜਾਂ ਹਸਬੈਂਡ ਵਾਈਫ ਆ ਉਹ ਨੌਕਰੀ ਕਰਕੇ ਸ਼ਹਿਰ ਆ ਜਾਂਦੇ ਆ, ਮਾਂ ਜਿਹੜੀ ਦਾਦੀ ਬਾਬਾ ਪਿੱਛੇ ਰਹਿ ਜਾਂਦੇ ਆ, ਪਿੰਡਾਂ ਵਿੱਚ ਰਹਿ ਜਾਂਦੇ ਆ। ਉਹ ਜਿਹੜੀ ਉਹ ਬੱਚੇ ਉਹ ਕਹਾਣੀਆਂ ਦੇ ਵਿੱਚੋਂ ਵਾਂਝੇ ਰਹਿ ਗਏ। ਕਿਤਾਬਾਂ ਦਾ ਇੰਨਾ ਬੋਝ ਆ ਕਿ ਜਿਹੜਾ ਬੱਚੇ ਨੂੰ ਆਪਾਂ ਕਹਿ ਲਓ ਕਿ ਉਹਦਾ ਆਪਣਾ ਸਿਲੇਬਸ ਨਹੀਂ ਕਵਰ ਹੁੰਦਾ। 30 40 ਬੱਚੇ ਦੀਆਂ ਕਿਤਾਬਾਂ ਆ ਮਾਡਲ ਸਕੂਲਾਂ ਦੀਆਂ, ਉਹ ਪਹਿਲਾਂ ਤਾਂ ਵਿਚਾਰਾ ਸਕੂਲੋਂ ਆਉਂਦਾ 2-2:30 ਵਜੇ, ਉਹ ਫਿਰ ਟਿਊਸ਼ਨ ਦਾ ਟਾਈਮ ਹੋ ਜਾਂਦਾ, ਫਿਰ ਉਹ ਨੈਤਿਕ ਸਿੱਖਿਆ ਵਾਲੀਆਂ ਕਿਤਾਬਾਂ ਪੜ੍ਹਨ ਤੋਂ ਵਾਂਝਾ ਰਹਿ ਜਾਂਦਾ। ਤੇ ਜਿਹੜਾ ਆਪਾਂ ਗੱਲ ਕਰਦੇ ਹਾਂ ਹੁਣ ਉਹਨੂੰ ਨੈਤਿਕ ਸਿੱਖਿਆ, ਫਿਰ ਇੱਕ ਸਰਕਾਰ ਨੇ ਸਬਜੈਕਟ ਵੀ ਸ਼ੁਰੂ ਕੀਤਾ ਜਿਹੜਾ ਜ਼ਿੰਦਗੀ ਦੇ ਨਾਲ ਸੰਬੰਧਿਤ ਆ, ਤੇ ਉਹ ਆਪਾਂ ਸਿੱਖਿਆ ਦੇਣ ਲਈ ਕਿਤਾਬ ਇੱਕ ਸਬਜੈਕਟ ਦੇ ਤੌਰ ਤੇ ਆਪਾਂ ਜਿਹੜੀ ਆ ਸਰਕਾਰ ਨੇ ਸਕੂਲਾਂ ਦੇ ਵਿੱਚ ਲਗਾ ਦਿੱਤੀ ਆ। ਇਸ ਉੱਤੇ ਆਪਾਂ ਗੱਲਬਾਤ ਨਾਲ ਹੀ ਇਸ ਤਰ੍ਹਾਂ ਜਾਰੀ ਰੱਖਾਂਗੇ। ਸਮਾਂ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ, ਆਪਾਂ ਇੱਕ ਮੁੜ ਕੇ ਫੇਰ ਮਿਲਾਂਗੇ। ਦਰਸ਼ਕੋ ਤੁਸੀਂ ਨਹੀਂ ਕਿਤੇ ਨਹੀਂ ਜਾਣਾ, ਇੱਥੇ ਇਸੇ ਤਰ੍ਹਾਂ ਰਹਿਣਾ ਤੇ ਅਸੀਂ ਗਏ ਤੇ ਆਏ। ਨਿਕਲਦੇ ਯਾਰੋ ਚੰਗਿਆੜੇ ਅੱਗ ਦੇ, ਜੁੱਸਿਆਂ ਦੇ ਨਾਲ ਵੇਖੋ ਜੁੱਸੇ ਖਹਿੰਦੇ ਆ। ਜਦੋਂ ਕੌਡੀ ਦੇ ਮੈਦਾਨਾਂ ਵਿੱਚ ਖੇਡਦੇ ਪੰਜਾਬੀ, ਫਿਰ ਬੁਲਟਾਂ ਤੋਂ ਵੱਧ ਕੇ ਪਟਾਕੇ ਪੈਂਦੇ ਆ। ਹੋ ਜਾਓ ਤਿਆਰ ਪੰਜਾਬੀਓ, ਹੁਣ ਨਿਊਯਾਰਕ 'ਚ ਪੈਣਗੇ ਕਬੱਡੀ ਦੇ ਪਟਾਕੇ। NYC ਕਬੱਡੀ ਕਲੱਬ ਨਿਊਯਾਰਕ ਵੱਲੋਂ 10 ਜੁਲਾਈ 2022 ਦਿਨ ਐਤਵਾਰ ਨੂੰ ਕਬੱਡੀ ਦੇ ਸ਼ਹੀਦ ਸਵਰਗਵਾਸੀ ਸੰਦੀਪ ਨੰਗਲ ਅੰਬੀਆਂ ਦੀ ਯਾਦ ਨੂੰ ਸਮਰਪਿਤ ਸ਼ਾਨਦਾਰ ਨਿਊਯਾਰਕ NYC ਕਬੱਡੀ ਟੂਰਨਾਮੈਂਟ ਬਹੁਤ ਹੀ ਧੂਮ-ਧਾਮ ਨਾਲ ਕਰਵਾਇਆ ਜਾ ਰਿਹਾ ਹੈ। ਹੱਥ ਮਾਰ ਕੇ ਪੱਟਾਂ ਤੇ ਪੈਂਦੀ ਰੇਡ ਨਹੀਂ ਹੋਏ ਨੀ ਗੱਲ ਸੁਣ ਮੁਟਿਆਰੇ, ਹੱਥ ਮਾਰ ਕੇ ਪੱਟਾਂ ਤੇ। ਇਸ ਸ਼ਾਨਦਾਰ ਕਬੱਡੀ ਟੂਰਨਾਮੈਂਟ ਵਿੱਚ ਦੁਨੀਆ ਭਰ ਦੇ ਕਬੱਡੀ ਸੁਪਰਸਟਾਰ ਆਪਣੀ ਖੇਡ ਦਾ ਪ੍ਰਦਰਸ਼ਨ ਕਰਨ ਲਈ ਪਹੁੰਚਣਗੇ। ਖੇਡ ਮੈਦਾਨ 'ਚ ਜੁੱਸਿਆਂ ਨਾਲ ਜੁੱਸੇ ਭਿੜਦੇ ਦੇਖਣ, ਕਬੱਡੀ ਦੇ ਪਟਾਕੇ ਸੁਣਨ ਅਤੇ ਆਪਣੇ ਚਹੇਤੇ ਖਿਡਾਰੀਆਂ ਨੂੰ ਲਾਗਿਓਂ ਤੱਕਣ ਲਈ ਟੂਰਨਾਮੈਂਟ ਦੇਖਣ ਜ਼ਰੂਰ ਪਹੁੰਚੋ। ਪੂਰੇ ਅਮਰੀਕਾ ਵਿੱਚ ਕਿਸੇ ਵੀ ਤਰ੍ਹਾਂ ਦੇ ਟਰੱਕ, ਟ੍ਰੇਲਰਸ, ਫਲੈਟਬੈਡ, ਰੈਫਰੀਜਰੇਟਰ ਐਂਡ ਡਰਾਈਵ ਵੈਨ, ਟਰੈਕਟਰ ਆਦਿ ਸੇਵਾਵਾਂ ਵਾਸਤੇ ਕਾਲ ਟ੍ਰੇਲਰ ਐਂਡ ਲੀਜ਼ਿੰਗ ਕੰਪਨੀ ਨਾਲ ਸੰਪਰਕ ਕਰੋ। ਕਾਲ ਟ੍ਰੇਲਰ ਕੋਲ 2018, 19 ਅਤੇ 20 ਦੇ ਘੱਟ ਮਾਈਲੇਜ ਵਾਲੇ ਟਰੱਕ ਖਰੀਦਣ ਵਾਸਤੇ ਉਪਲਬਧ ਹਨ। ਕਾਲ ਟ੍ਰੇਲਰ ਕੋਲ ਵੈਨਗਾਰਡ ਦੀ ਪੂਰੇ ਕੈਲੀਫੋਰਨੀਆ ਦੀ ਡੀਲਰਸ਼ਿਪ ਹੈ। ਅਸੀਂ ਸਾਰੇ ਅਮਰੀਕਾ ਵਿੱਚ ਸੇਵਾਵਾਂ ਪ੍ਰਦਾਨ ਕਰਦੇ ਹਾਂ। ਕਾਲ ਟ੍ਰੇਲਰ ਕੋਲ ਇਨ ਹਾਊਸ ਫਾਈਨੈਂਸਿੰਗ ਦੀ ਸੁਵਿਧਾ ਵੀ ਹੈ ਉਪਲਬਧ। ਵਧੇਰੀ ਜਾਣਕਾਰੀ ਲਈ ਧਰਮਿੰਦਰ ਰੰਧਾਵਾ ਨੂੰ 9093515220 ਅਤੇ 9092407234 ਅਤੇ ਸਿਕੰਦਰ ਸਿੰਘ ਰੰਧਾਵਾ ਨੂੰ 9092407272 ਤੇ ਸੰਪਰਕ ਕਰੋ। ਤੁਸੀਂ ਹੇਠ ਲਿਖੇ ਪਤੇ ਤੇ ਉੱਤੇ ਵੀ ਸੰਪਰਕ ਕਰ ਸਕਦੇ ਹੋ। ਇਨਕਮ ਟੈਕਸਸ, ਸਿੰਗਲ, ਮੈਰਿਡ, ਨਿਆਣੇ ਛੋਟੇ ਵੱਡੇ, ਕਾਲਜ ਜਾਂਦੇ ਆ, ਅਰਨ ਇਨਕਮ ਕ੍ਰੈਡਿਟ, eligible ਹੋ, it can be a complicated issue. Get it done professionally and filing it electronically. Come to a person with more than 20 years of experience. ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर सोशल चेंज। विजिट और कॉल। मोर इन्फॉर्मेशन जैसी सिंह एंड साजिद तरार। ਨਿਊਯਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਗਡੂਰਾ ਰੀਅਲ ਏਸਟੇਟ ਅਤੇ ਗਡੂਰਾ ਮੌਰਗੇਜ ਨਿਊਯਾਰਕ ਦੀ ਕੁਇਨਜ਼ ਵਿੱਚ ਸਭ ਤੋਂ ਪੁਰਾਣੀ ਬ੍ਰੋਕਰੇਜ ਕੰਪਨੀ। ਲੋਕਾਂ ਦੀ ਭਰੋਸੇਮੰਦ ਅਤੇ ਆਜ਼ਮਾਈ ਹੋਈ ਗਡੂਰਾ ਰੀਅਲ ਏਸਟੇਟ। ਇਸ ਕੋਲ ਭਰੋਸੇਮੰਦ ਰੀਅਲ ਏਸਟੇਟ ਏਜੰਟਾਂ ਦੀ ਟੀਮ ਹੈ। ਕਾਲ ਵਿਨੋਦ ਗਡੂਰਾ 9176828560। ਨਾਲ ਹੀ ਮੌਰਗੇਜ ਲਈ ਕਿਤੇ ਜਾਣ ਦੀ ਲੋੜ ਨਹੀਂ। ਗਡੂਰਾ ਮੌਰਗੇਜ ਇਸੀ ਛੱਤ ਹੇਠ ਪਰਚੇਜ਼ ਅਤੇ ਰੀਫਾਈਨੈਂਸ ਦੀ ਸਹੂਲਤ ਵੀ ਉਪਲਬਧ ਕਰਵਾਉਂਦਾ ਹੈ।
Call Vineet Gadura MBA, President and Owner, Gadura Mortgage, number 7186400444. ਗਲੋਬਲ ਫਰਾਈਟ ਕੈਰੀਅਰ ਇੰਕ ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ, ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟ ਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਦਰਸ਼ਕੋ, ਆਵਾਜ਼ ਟੀਵੀ ਨਾਲ ਜੁੜੇ ਰਹਿਣ ਲਈ ਧੰਨਵਾਦ। ਪ੍ਰੋਗਰਾਮ ਚੱਲ ਰਿਹਾ ਹੈ ਖਾਸ ਮੁਲਾਕਾਤ ਤੇ ਅੱਜ ਦੇ ਸਾਡੇ ਮਾਹਰ ਮਹਿਮਾਨ ਨੇ ਪ੍ਰਿੰਸੀਪਲ ਰਾਜ ਰਾਣੀ ਜੀ। ਗੱਲ ਚੱਲ ਰਹੀ ਹੈ ਸਾਡੀ ਨੈਤਿਕ ਸਿੱਖਿਆ ਤੇ। ਮੈਡਮ, ਗੱਲ ਆਪਣੀ ਚੱਲ ਰਹੀ ਸੀ ਨੈਤਿਕ ਸਿੱਖਿਆ, ਜਿਹੜੀ ਸਰਕਾਰ ਨੇ ਜਿਹੜਾ ਇੱਕ ਸਬਜੈਕਟ ਦੇ ਤੌਰ ਤੇ ਸਵਾਗਤ ਜ਼ਿੰਦਗੀ ਦਾ ਸ਼ੁਰੂ ਕੀਤਾ, ਉਹ ਜਿਹੜੀ ਕਿਤਾਬ ਆ ਇੱਕ ਲਗਾਈ ਆ ਇੱਕ ਸਬਜੈਕਟ ਦੇ ਤੌਰ ਤੇ, ਕਿਸ ਤਰ੍ਹਾਂ ਉਹਨੂੰ ਫਿਰ ਬੱਚੇ ਨੂੰ ਆਪਾਂ ਕਦੋਂ, ਪਹਿਲੀ ਗੱਲ ਤਾਂ ਇਹ ਹੈ ਕਿ ਕਦੋਂ ਤੋਂ ਸ਼ੁਰੂ ਕੀਤੀ ਉਹ ਕਿਤਾਬ, ਕਿ ਪਹਿਲੀ ਦੂਜੀ ਤੋਂ ਸ਼ੁਰੂ ਕੀਤੀ ਜਾਂ ਵੱਡੀਆਂ ਕਲਾਸਾਂ ਤੋਂ ਸ਼ੁਰੂ ਕੀਤੀ ਆ? ਉਹਦੇ ਵਿੱਚ ਫਿਰ ਕਿਸ ਤਰ੍ਹਾਂ ਉਹਦੀ ਸਟੱਡੀ ਹੁੰਦੀ ਹੈ, ਕਿਸ ਤਰ੍ਹਾਂ ਦਾ ਉਹ ਜਿਹੜੀ ਸਿੱਖਿਆ ਉਹ ਕਿਤਾਬ ਰਾਹੀਂ ਦਿੱਤੀ ਜਾਂਦੀ ਆ, ਉਹ ਜਿਹੜੀ ਨੈਤਿਕ ਸਿੱਖਿਆ ਦੇ ਨਾਲ ਕਿਸ ਤਰ੍ਹਾਂ ਜੁੜਦੀ ਆ ਉਹ ਜਿਹੜੀ ਸਵਾਗਤ ਜ਼ਿੰਦਗੀ ਦਾ? ਜੀ ਠੀਕ ਹੈ। ਸਮਾਜ ਦੇ ਵਿੱਚ ਜੋ ਵੀ ਕ੍ਰਿਤੀਆਂ ਆ ਰਹੀਆਂ ਆ, ਜਦੋਂ ਇਹ ਵਿਦਵਾਨਾਂ ਦੇ ਥਰੂ ਸਾਡੇ ਸਰਕਾਰਾਂ ਤੱਕ ਗੱਲ ਪਹੁੰਚਦੀ ਆ, ਔਰ ਸਰਕਾਰਾਂ ਇਹਨਾਂ ਗੱਲਾਂ ਨੂੰ ਮਹਿਸੂਸ ਕਰਦੀਆਂ ਆ ਕਿ ਸਾਡਾ ਸਮਾਜ ਜਿਹੜਾ ਕੁਰਾਹੇ ਪੈ ਚੁੱਕਾ ਆ ਜੀ, ਉਸ ਦੇ ਰਿਲੇਟਡ ਹੀ ਕੋਈ ਨਾ ਕੋਈ ਸਬਜੈਕਟ ਸਾਡੇ ਬੱਚਿਆਂ ਨੂੰ ਜਿਹੜਾ ਹੈਗਾ ਲਗਾ ਦਿੰਦੇ ਨੇ ਜੀ, ਜਿਹੜਾ ਕਿ ਅਧਿਆਪਕ ਉਸ ਨੂੰ ਪੜ੍ਹਾਉਂਦਾ ਹੈ। ਹੁਣ ਸਾਡੀ ਸੱਭਿਅਤਾ ਵਾਸਤੇ ਸਾਡੀ ਨੈਤਿਕ ਜਿਹੜੇ ਹੈਗੇ ਸਾਡੇ ਗੁਣ, ਇਹਨਾਂ ਦਾ ਸਾਡੇ ਸਮਾਜ ਦੇ ਵਿੱਚ ਬਹੁਤ ਨਿਘਾਰ ਆਇਆ ਜੀ। ਇਸ ਨੂੰ ਠੀਕ ਕਰਨ ਵਾਸਤੇ, ਬੱਚਿਆਂ ਦੇ ਵਿੱਚ ਨੈਤਿਕ ਗੁਣ ਪੈਦਾ ਕਰਨ ਵਾਸਤੇ ਸਰਕਾਰ ਨੇ ਪ੍ਰੀ ਪ੍ਰਾਇਮਰੀ ਤੋਂ 12ਵੀਂ ਤੱਕ ਸਵਾਗਤ ਜ਼ਿੰਦਗੀ ਦਾ ਵਿਸ਼ਾ ਜਿਹੜਾ ਹੈਗਾ ਆ ਉਹ ਪੜ੍ਹਾਉਣਾ ਲਾਜ਼ਮੀ ਕੀਤਾ ਜੀ। ਤੇ ਇਸ ਵਾਸਤੇ ਇਹ ਜਿਹੜਾ ਵਿਸ਼ਾ ਆ ਸਾਡੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਅਤੇ ਕੰਪਿਊਟਰ ਸਾਇੰਸ ਦੇ ਅਧਿਆਪਕ ਜਿਹੜੇ ਨੇ ਉਸ ਵਿਸ਼ੇ ਨੂੰ ਪੜ੍ਹਾਉਂਦੇ ਨੇ ਜੀ। ਤੇ ਇਸ ਜਦੋਂ ਆਪਾਂ ਕਹਿ ਲਈਏ ਆਪਾਂ ਅਕਾਦਮਿਕ ਸਿੱਖਿਆ ਦੀ ਗੱਲ ਕਰਦੇ ਹਾਂ, ਇੱਕ ਬੱਚਾ ਜਦੋਂ ਪੜ੍ਹਦਾ ਉਹ ਸਾਇੰਸ ਦੀ ਪੜ੍ਹਾਈ ਸ਼ੁਰੂ ਕਰ ਦਿੰਦਾ, ਉਹਦਾ ਜਿੱਦਾਂ ਪਹਿਲਾਂ ਵੀ ਗੱਲ ਕੀਤੀ, ਉਹਦਾ ਆਪਣਾ ਇੰਨਾ ਬੋਝ ਹੁੰਦਾ ਉਹ ਕਿਤਾਬ ਤੇ, ਇਹ ਕਿਤਾਬਾਂ ਜਿਹੜੀਆਂ ਤੋਂ ਉਹ ਜਿਹੜੀ ਇਹ ਇੱਧਰ ਨੂੰ ਧਿਆਨ ਨਹੀਂ ਦਿੰਦਾ, ਉਹਦੇ ਮੈਥ ਆ, ਸਾਇੰਸ ਆ ਜਾਂ ਹੋਰ ਜਿਹੜੀਆਂ ਉਹ ਪੜ੍ਹਦਾ ਆ। ਕਿ ਇਸ ਤਰ੍ਹਾਂ ਦੀ ਆਪਾਂ ਗੱਲ ਕਰੀ ਕਿ ਜਿਹੜੀ ਸਮਾਜ ਤੋਂ ਹੀ ਉਹ ਗ੍ਰਹਿਣ ਕਰ ਲਵੇ ਜਿਹੜੀ ਸਿੱਖਿਆ, ਜਿਹੜੇ ਹਰੇਕ ਬੰਦਾ ਆਪਣੇ ਆਪ ਨੂੰ ਨੈਤਿਕ ਜ਼ਿੰਮੇਵਾਰੀ ਸਮਝ ਲਵੇ ਕਿ ਜਿਹੜੀ ਮੈਂ ਉਹ ਕਿਸੇ ਬੱਚੇ ਲਈ ਰੋਲ ਮਾਡਲ ਬਣ ਜਾਣਾ, ਇਸ ਤਰ੍ਹਾਂ ਕਿ ਮੈਂ ਜਿਹੜਾ ਕੰਮ ਕਰਾਂਗਾ ਸਾਡੇ ਘਰ ਦੇ ਵਿੱਚ ਹੀ ਆ, ਅਸੀਂ ਆਪਣੇ ਮਾਂ ਪਿਓ ਕਹਿ ਲਓ, ਵੱਡੇ ਭੈਣ ਭਰਾ ਆ, ਉਹ ਸਾਰੇ ਆਪਣੀ ਜ਼ਿੰਮੇਵਾਰੀ ਸਮਝ ਲੈਣ ਕਿ ਜਿਹੜੇ ਸਾਡਾ ਛੋਟਾ ਭਰਾ ਆ ਜਾਂ ਬੱਚਾ ਆ ਉਹ ਮੈਨੂੰ ਦੇਖੇ, ਜਿਹੜਾ ਮੈਂ ਇਸ ਤਰ੍ਹਾਂ ਦਾ ਕੰਮ ਕਰਾਂ ਕਿ ਉਹ ਮੈਨੂੰ ਦੇਖੇ, ਨਾਲ ਪੀੜ੍ਹੀ ਦਰ ਪੀੜ੍ਹੀ ਇਸੇ ਤਰ੍ਹਾਂ ਨੈਤਿਕ ਸਿੱਖਿਆ ਤੋਂ ਗਾਂਹ ਜਿਹੜਾ ਉਹਦਾ ਵਿਕਾਸ ਹੋ ਸਕੇ। ਅੱਜ ਕੱਲ੍ਹ ਦੀ ਜਿਹੜੀਆਂ ਆਪਾਂ ਪਰਿਵਾਰਾਂ ਦੀ ਵੀ ਗੱਲ ਕਰਦੇ ਆ, ਸਾਰੇ ਬਿਜੀ ਲਾਈਫ ਆ, ਉਹ ਸਾਰੇ ਮੋਬਾਈਲਾਂ ਦੇ ਉੱਤੇ ਡਟੇ ਪਏ ਆ, ਕੋਈ ਸਾਰੇ ਇਕੱਲਾ ਬੱਚਾ ਜਿਹੜਾ ਹੈਗਾ। ਹੁਣ ਆਪਾਂ ਬੱਚਾ ਇੱਕ ਡਿਮਾਂਡ ਕਰਦਾ ਕਿ ਮੈਂ ਜਿਹੜਾ ਮੇਰੇ ਸਕੂਲ ਦਾ ਹੋਮਵਰਕ ਜਿਹੜਾ ਆਉਂਦਾ ਆ ਉਹ ਮੋਬਾਈਲ ਤੇ ਆਉਂਦਾ ਆ, ਕਿ ਮੈਨੂੰ ਮੋਬਾਈਲ ਲੈ ਕੇ ਦਿਓ। ਉਹ ਮਜਬੂਰੀ ਬਣ ਜਾਂਦੀ ਆ ਆਪਣੀ ਪੇਰੈਂਟਸ ਦੀ ਕਿ ਉਹਨੂੰ ਮੋਬਾਈਲ ਲੈ ਕੇ ਦੇਣਾ, ਪਰ ਉਹ ਬੱਚਾ ਜਿਹੜਾ ਉਹਦਾ ਪ੍ਰਯੋਗ ਕਿਸ ਤਰ੍ਹਾਂ ਕਰਦਾ, ਸਹੀ ਕਰਦਾ ਜੇ ਗਲਤ ਕਰਦਾ, ਉਹ ਅਸੀਂ ਕਿੱਦਾਂ ਜਾਣਨਾ, ਕਿਸ ਤਰ੍ਹਾਂ ਦੇਖੀਏ, ਉੱਤੇ ਆਪਾਂ ਨਿਗਰਾਨੀ ਰੱਖੀਏ ਕਿ ਜਿਹੜਾ ਉਹਦੀ ਨੈਤਿਕ ਸਿੱਖਿਆ ਵੀ ਪ੍ਰਾਪਤ ਹੋ ਜਾਵੇ, ਕਿ ਉਹ ਮੰਨ ਵੀ ਲਵੇ ਤੇ ਉਹ ਜਿਹੜੀ ਆ ਉਹਦਾ ਜਿਹੜਾ ਆਪਣਾ ਜਿਹੜਾ ਕਾਰਜ ਆ ਕੰਮ ਆ ਜਿਹੜਾ ਸਕੂਲ ਦਾ ਉਹ ਵੀ ਉਤੋਂ ਕਰ ਲਵੇ। ਕਿਸ ਤਰ੍ਹਾਂ ਆਪਾਂ ਇਸ ਨੂੰ ਕਰ ਸਕਦੇ ਆ? ਜੀ ਜੀ ਸਰ, ਇਹ ਬਹੁਤ ਗੰਭੀਰ ਵਿਸ਼ਾ ਹੈ ਕਿ ਕਰੋਨਾ ਕਾਲ ਦੇ ਵਿੱਚ ਸਰਕਾਰ ਨੇ ਤਾਂ ਬਹੁਤ ਵਧੀਆ ਉਪਰਾਲਾ ਕੀਤਾ ਜੀ ਕਿ ਬੱਚੇ ਜਿਹੜੇ ਹੈਗੇ ਆ ਉਹ ਪੜ੍ਹਾਈ ਦੇ ਨਾਲੋਂ ਨਾ ਟੁੱਟਣ ਜੀ, ਉਹਨਾਂ ਦੀ ਪੜ੍ਹਾਈ ਜਿਹੜੀ ਆ ਉਹ ਲਗਾਤਾਰ ਜਾਰੀ ਰਹੇ, ਔਰ ਬੱਚਿਆਂ ਨੂੰ ਮੋਬਾਈਲ ਦਿੱਤੇ, ਔਰ ਅਸੀਂ ਬੱਚਿਆਂ ਨੂੰ ਹਰ ਰੋਜ਼ ਮੋਬਾਈਲ ਦੇ ਉੱਤੇ ਕੰਮ ਦਿੰਦੇ ਰਹੇ ਹੋ, ਔਰ ਉਹਨਾਂ ਨੇ ਜ਼ੂਮ ਮੀਟਿੰਗਾਂ ਦੇ ਵਿੱਚ ਅਸੀਂ ਪੀਰੀਅਡ ਲਗਾਏ, ਬੱਚਿਆਂ ਨੂੰ ਸਮਝਾਉਂਦੇ ਸੀ ਜੀ। ਤੇ ਜਿਨ੍ਹਾਂ ਦੇ ਕੋਲ ਤਾਂ ਮੋਬਾਈਲ ਹੈ ਸੀ ਸਰ, ਉਹਨਾਂ ਦਾ ਤਾਂ ਚਲੋ ਠੀਕ ਆ, ਉਹਨਾਂ ਬੱਚਿਆਂ ਨੇ ਕੰਮ ਕੀਤੇ ਆ ਜੀ, ਪਰ ਕਈ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਕੋਲ ਮੋਬਾਈਲ ਹੀ ਨਹੀਂ ਹੈ ਜੀ, ਤੇ ਕਈ ਇਹੋ ਜਿਹੇ ਪਰਿਵਾਰ ਆ ਜਿਨ੍ਹਾਂ ਦੇ 3 ਬੱਚੇ ਪੜ੍ਹਦੇ ਆ ਜੀ, ਤੇ ਇੱਕ ਬੱਚਾ ਕੰਮ ਕਰਦਾ, ਬਾਕੀ ਬੱਚੇ ਕਿਵੇਂ ਕੰਮ ਕਰਨਗੇ ਜੀ। ਖੈਰ, ਮੈਂ ਇਸ ਵਿਸ਼ੇ ਨੂੰ ਇਹ ਕਹਾਂਗੀ, ਬੱਚਿਆਂ ਨੇ ਫੇਰ ਵੀ ਕੰਮ ਕੀਤਾ
ਜੀ। ਪਰ ਕਈ ਜਿਹੜੇ ਏਜ ਦੇ ਹਿਸਾਬ ਨਾਲ ਬੱਚੇ ਵੱਡੇ ਲਾਈਕ 9ਵੀਂ ਤੋਂ ਲੈ ਕੇ 12ਵੀਂ ਤੱਕ ਬੱਚੇ ਨੇ, ਉਹਨਾਂ ਦੇ ਵਿੱਚ ਹਾਰਮੋਨਲ ਚੇਂਜਸ ਹੋਣ ਕਰਕੇ ਬੱਚਿਆਂ ਦਾ ਜਿਹੜਾ ਧਿਆਨ ਆ ਉਹ ਬਹੁਤ ਭਟਕ ਗਿਆ ਜੀ। ਉਹ ਮੋਬਾਈਲ ਦੇ ਉੱਤੋਂ ਆਪਣਾ ਕੰਮ ਤਾਂ ਕਰਦੇ ਸੀ, ਪਰ ਉਸ ਦੇ ਨਾਲ ਮੋਬਾਈਲ ਜਿਹੜਾ ਹੈਗਾ ਆ ਇਹੋ ਜਿਹੀ ਚੀਜ਼ ਆ ਕਿ ਜੇ ਬੱਚਾ ਉਹਦੇ ਨਾਲ ਜੁੜ ਜਾਵੇ ਤਾਂ ਉਹ ਬਹੁਤ ਹੋਰ ਸਾਈਡਾਂ ਖੋਲ ਕੇ ਵੀ ਉਸ ਦਾ ਮਿਸਯੂਜ਼ ਬੱਚੇ ਨੇ ਕੀਤਾ। ਪਰ ਬਹੁਤ ਸਾਰੇ ਬੱਚਿਆਂ ਨੇ ਜਿਨ੍ਹਾਂ ਦੇ ਪੇਰੈਂਟਸ ਜਾਗਰੂਕ ਆ ਪੜ੍ਹਾਈ ਦੇ ਸੰਬੰਧ ਵਿੱਚ, ਉਹਨਾਂ ਨੇ ਬਹੁਤ ਐਜੂਕੇਸ਼ਨ ਦੇ ਵਿੱਚ ਅੱਗੇ ਮਾਰ ਕੇ ਵੀ ਮਾਰੇ ਆ ਔਰ ਉਹਨਾਂ ਨੇ 12ਵੀਂ ਵਿੱਚ ਅੱਛੇ ਨੰਬਰ ਵੀ ਪ੍ਰਾਪਤ ਕੀਤੇ ਜੀ। ਹੁਣ ਇਹ ਗੱਲ ਹੈ ਆ ਕਿ ਜਿਹੜੇ ਬੱਚੇ ਜਿਨ੍ਹਾਂ ਦੇ ਮਾਪੇ ਜਿਹੜੇ ਜਾਗਰੂਕ ਨਹੀਂ ਹੈ, ਅਨਪੜ੍ਹ ਨੇ, ਮਜ਼ਦੂਰ ਨੇ, ਉਹ ਤਾਂ ਵਿਚਾਰੇ ਸਵੇਰੇ ਕੰਮ ਕਰਨ ਚਲੇ ਜਾਂਦੇ ਨੇ ਔਰ ਸ਼ਾਮ ਨੂੰ ਘਰ ਆਉਂਦੇ ਨੇ। ਉਹਨਾਂ ਦੇ ਬੱਚੇ ਜਿਹੜੇ ਆ ਉਹਨਾਂ ਨੂੰ ਬਿਲਕੁਲ ਇਸ ਗੱਲ ਦੀ ਖਬਰ ਨਹੀਂ ਕਿ ਅਸੀਂ ਇਸ ਮੋਬਾਈਲ ਤੋਂ ਪੜ੍ਹਨਾ ਹੈ। ਮੈਂ ਤਾਂ ਇੱਥੋਂ ਤੱਕ ਦੇਖਦੀ ਹਾਂ ਕਿ ਜਦੋਂ ਬੱਚੇ ਸਕੂਲ ਵਿੱਚ ਆਉਂਦੇ ਆ, ਖਾਸ ਕਰਕੇ 9ਵੀਂ ਤੋਂ 12ਵੀਂ ਤੱਕ ਬੱਚੇ ਕਈ ਵਾਰੀ ਸਕੂਲ ਦੇ ਵਿੱਚ ਅਵਾਸੀਆਂ ਲੈਂਦੇ ਆ, ਮੈਂ ਇਹ ਗੱਲ ਮਹਿਸੂਸ ਕਰਦੀ ਆ ਕਿ ਉਹਨਾਂ ਦੇ ਪੇਰੈਂਟਸ ਕੰਮ ਕਰਕੇ ਆਉਂਦੇ ਆ, ਉਹ ਸੌਂ ਜਾਂਦੇ ਨੇ ਤੇ ਜਿਹੜੇ ਬੱਚੇ ਉਹ ਨਹੀਂ ਸੌਂਦੇ ਜੀ। ਉਹ ਉਸ ਵੇਲੇ ਮੋਬਾਈਲ ਚੱਕ ਕੇ ਉਹਦੀਆਂ ਸਾਈਡਾਂ ਖੋਲ ਕੇ ਉਸ ਤੋਂ ਬਹੁਤ ਕੁਝ ਹੋਰ ਸਿੱਖਦੇ ਨੇ ਪੜ੍ਹਾਈ ਤੋਂ ਇਲਾਵਾ। ਇਸ ਤਰ੍ਹਾਂ ਜਿਹੜੇ ਬੱਚੇ ਹੈਗੇ ਆਪਣੇ ਨੈਤਿਕ ਗੁਣਾਂ ਤੋਂ ਵੀ ਵਾਂਝੇ ਭਟਕ ਗਏ ਨੇ ਆਪਣੇ ਰਸਤੇ ਦੇ ਵਿੱਚ। ਇਸੇ ਕਰਕੇ ਉਹਨਾਂ ਦੇ ਵਿੱਚ ਜ਼ਿਆਦਾ ਗੁੱਸਾ, ਉਹਨਾਂ ਵਿੱਚ ਜ਼ਿਆਦਾ ਕ੍ਰੋਧ, ਉਹਨਾਂ ਨੂੰ ਆਪਣੇ ਮਾਂ-ਪਿਓ ਨੂੰ ਗੱਲ ਮਨਾਉਣਾ ਵੀ ਮੈਂ ਇਹ ਕੰਮ ਹੀ ਕਰਨਾ ਹੈ, ਮੈਂ ਨਹੀਂ ਪੜ੍ਹਨਾ। ਇਸ ਕਰਕੇ ਮੈਂ ਤਾਂ ਪੇਰੈਂਟਸ ਨੂੰ ਬੇਨਤੀ ਕਰਦੀ ਆ ਕਿ ਜਦੋਂ ਸ਼ਾਮ ਨੂੰ ਆਉਂਦੇ ਆ, ਭਾਵੇਂ ਉਹਨਾਂ ਨੂੰ ਐਜੂਕੇਸ਼ਨ ਦੀ ਨੌਲੇਜ ਨਹੀਂ ਹੈ, ਉਹਨਾਂ ਨੂੰ ਨਹੀਂ ਪੜ੍ਹਨਾ ਆਉਂਦਾ, ਪਰ ਉਹ ਆਪਣੇ ਬੱਚੇ ਨੂੰ ਪੜ੍ਹਨ ਲਈ ਕਹਿਣ ਔਰ ਉਸ ਦੇ ਕੋਲ ਥੋੜਾ ਟਾਈਮ ਬੈਠਾ ਜੀ। ਬਿਲਕੁਲ ਜੀ। ਹੋ ਸਕਦਾ ਬੱਚਾ 2 ਦਿਨ ਕੰਮ ਨਾ ਕਰੇ, 3 ਦਿਨ, ਆਖਰ ਬੱਚੇ ਨੇ ਫਿਰ ਉਹਨੂੰ ਪਤਾ ਲੱਗ ਜਾਣਾ ਆ ਕਿ ਮੇਰੇ ਪਾਪਾ ਮੇਰੇ ਕੋਲ ਬੈਠੇ ਆ, ਮੇਰੇ ਮੰਮਾ ਕੋਲ ਬੈਠੇ ਆ। ਉਹ ਜ਼ਰੂਰ ਪੜ੍ਹਾਈ ਦੇ ਨਾਲ ਜਿਹੜਾ ਹੈਗਾ ਆ ਆਪਣੀ ਸ਼ੁਰੂ ਕਰੇਗਾ, ਪੜ੍ਹਾਈ ਦੇ ਨਾਲ ਉਹਦਾ ਇੰਟਰਸਟ ਬਣੇਗਾ ਤੇ ਉਹ ਪੜ੍ਹਾਈ ਦੇ ਵਿੱਚ ਅੱਗੇ ਜਾਵੇਗਾ ਔਰ ਆਪਣੀ ਜ਼ਿੰਦਗੀ ਬਣਾਵੇਗਾ ਜੀ। ਕਿਉਂਕਿ ਜਿਹੜੀ ਅਕਾਦਮਿਕ ਸਿੱਖਿਆ ਦੇ ਨਾਲ ਜਿਹੜੀ ਕਹਿ ਲਓ ਨੈਤਿਕ ਸਿੱਖਿਆ ਦਾ ਬੇਸ਼ੱਕ ਕਿਤੇ ਨਾ ਕਿਤੇ ਉਹ ਇੱਕ ਦੂਏ ਦੇ ਨਾਲ ਇੱਕ ਕੜੀ ਵਾਂਗੂ ਜੁੜੇ ਹੋਏ ਨੇ, ਪਰ ਕਈ ਵਾਰੀ ਅਸੀਂ ਦੇਖਿਆ ਸਮਾਜ ਦੇ ਵਿੱਚ ਉਹ ਅਕਾਦਮਿਕ ਤੌਰ ਤੇ ਨਾ ਪੇਰੈਂਟਸ ਜਾਂ ਕੋਈ ਵਿਅਕਤੀ ਇੰਨਾ ਪੜ੍ਹਿਆ ਲਿਖਿਆ ਨਹੀਂ ਹੁੰਦਾ, ਪਰ ਨੈਤਿਕ ਪੱਖੋਂ ਬਹੁਤ ਉੱਚਾ ਹੁੰਦਾ, ਗਿਆਨ ਹੁੰਦਾ ਉਹਨੂੰ। ਨਿੱਕੀਆਂ ਗੱਲਾਂ ਜਿਹੜੀਆਂ ਉਹ ਬੱਚਿਆਂ ਨੂੰ ਜਾਂ ਸਮਾਜ ਦੇ ਵਿੱਚ ਆਪਾਂ ਦੱਸਦੇ ਆ। ਇਹਦੇ ਨਾਲ ਹੀ ਆਪਾਂ ਗੱਲ ਕਰਦੇ ਆ ਕਿ ਜਿਹੜੀ ਨੈਤਿਕ ਸਿੱਖਿਆ ਆ ਬੱਚਿਆਂ ਲਈ ਹੀ ਜ਼ਰੂਰੀ ਆ ਜਾਂ ਵੱਡਿਆਂ ਨੂੰ ਵੀ ਉਹਦੀ ਜ਼ਰੂਰੀ ਹੈ। ਕਈ ਵਾਰੀ ਅਸੀਂ ਦੇਖਦੇ ਆ ਕਿ ਲੋਕੀ ਨੈਤਿਕ ਸਿੱਖਿਆ ਤੋਂ ਕੋਰੇ ਹੁੰਦੇ ਆ, ਉਹਨਾਂ ਨੂੰ ਜਾਂ ਕੋਈ ਚੌਧਿਆਂ ਤੇ ਵੀ ਹੁੰਦੇ ਆ ਜਾਂ ਪਿੰਡਾਂ ਦੇ ਵਿੱਚ ਵੀ ਕਈ ਆਪਾਂ ਪੈਸੇ ਧੇਲੇ ਦੇ ਪੱਖੋਂ ਤਾਂ ਬਹੁਤ ਸੰਬੰਧ ਹੁੰਦੇ ਆ, ਪਰ ਉਹਨਾਂ ਨੂੰ ਬੋਲਣ ਚੱਲਣ ਦਾ, ਬੈਠਣ ਉੱਠਣ ਦਾ ਕੋਈ ਸਲੀਕਾ ਨਹੀਂ ਹੁੰਦਾ। ਉਹ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਆ। ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇਹ ਨੈਤਿਕ ਸਿੱਖਿਆ ਬੱਚਿਆਂ ਦੇ ਨਾਲ ਵੱਡਿਆਂ ਨੂੰ ਵੀ ਜ਼ਰੂਰੀ ਹੋਣੀ ਚਾਹੀਦੀ ਆ? ਜੇ ਨਹੀਂ ਉਹ ਉਸ ਸਮੇਂ ਆਪਣੇ ਸਮੇਂ ਦੇ ਗ੍ਰਹਿਣ ਕਰ ਸਕਿਆ, ਉਹ ਗ੍ਰਹਿਣ ਕਰ ਲੈਣੀ ਚਾਹੀਦੀ ਆ, ਉਹਨੂੰ ਕਿਤੇ ਨਾ ਕਿਤੇ ਜੇ ਦੱਸ ਦੇਣਾ ਚਾਹੀਦਾ ਕਿ ਆਹ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ ਜੀ। ਦੇਖੋ ਜੀ, ਅੱਜ ਕੱਲ੍ਹ ਦੀ ਦੌੜ ਭੱਜ ਦੀ ਜ਼ਿੰਦਗੀ ਦੇ ਵਿੱਚ ਜੀ ਇਹ ਬਿਲਕੁਲ ਸਹੀ ਆ ਕਿ ਜਿੱਥੇ ਸਾਡੇ ਛੋਟੇ ਬੱਚੇ ਜਿਹੜੇ ਆ ਉਹ ਇਹ ਨੈਤਿਕ ਸਿੱਖਿਆ ਤੋਂ ਵਾਂਝੇ ਰਹਿ ਰਹੇ ਨੇ, ਉੱਥੇ ਸਾਡੇ ਜਿਹੜੇ ਵੱਡੇ ਨੇ, ਜਿਹੜੇ ਪੜ੍ਹ ਲਿਖ ਕੇ ਵੱਡੇ ਅਹੁਦਿਆਂ ਤੇ ਲੱਗੇ ਹੋਏ ਨੇ, ਚਾਹੇ ਉਹ ਮਾਸਟਰ ਕੇਡਰ ਵਿੱਚ ਆ, ਚਾਹੇ ਉਹ ਡਾਕਟਰ ਆ, ਇੰਜੀਨੀਅਰ ਆ, ਚਾਹੇ ਸਾਡੇ ਨੈਤਿਕ ਆਪਾਂ ਰਾਜਨੀਤੀ ਵਿੱਚ ਕੋਈ ਅਧਿਕਾਰੀ ਆ, ਉਹ ਅਹੁਦਿਆਂ ਤੇ ਪਹੁੰਚੇ ਹੋਏ ਆ, ਪਰ ਉਹ ਵੀ ਅੱਜ ਕੱਲ੍ਹ ਟੈਨਸ਼ਨ ਵਿੱਚ ਜੀ, ਕਿਉਂਕਿ ਉਹਨਾਂ ਦੇ ਕੋਲ ਸਮਾਂ ਨਹੀਂ ਹੋਰ ਕੁਝ ਸੋਚਣ ਦਾ, ਜਾਂ ਉਹ ਸੋਚਣਾ ਨਹੀਂ ਚਾਹੁੰਦੇ, ਉਹ ਆਪਣੇ ਕੰਮ ਵਿੱਚ ਬਿਜੀ ਰਹਿੰਦੇ ਹੋ। ਇਸੇ ਕਰਕੇ ਉਹ ਆਪਣੇ ਬੱਚਿਆਂ ਨੂੰ ਵੀ ਕੁਝ ਸਿਖਾ ਨਹੀਂ ਸਕਦੇ। ਉਹ ਆਪਣੇ ਬੱਚਿਆਂ ਵਾਸਤੇ ਚਿੰਤਤ ਆ ਕਿ ਅਸੀਂ ਇਹਨਾਂ ਨੂੰ ਹਰ ਇੱਕ ਚੀਜ਼ ਲੈ ਕੇ ਦਿੰਦੇ, ਇਹਨਾਂ ਦੀ ਹਰ ਇੱਕ ਖੁਆਇਸ਼ ਅਸੀਂ ਪੂਰੀ ਕਰ ਰਹੇ ਹਾਂ, ਫਿਰ ਵੀ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਸਾਡੇ ਕਹੇ ਵਿੱਚ ਨਹੀਂ ਹੈਗੇ, ਸਾਡਾ ਕਹਿਣਾ ਨਹੀਂ ਮੰਨਦੇ ਹੈਗੇ। ਇਸ ਕਰਕੇ ਮਾਤਾ ਪਿਤਾ ਨੂੰ ਨੈਤਿਕ ਸਿੱਖਿਆ ਬਹੁਤ ਜ਼ਰੂਰੀ ਆ। ਉਹਨਾਂ ਨੂੰ ਆਪਣੇ ਬੱਚੇ ਦੇ ਨਾਲ ਹਰ ਇੱਕ ਤਰ੍ਹਾਂ ਦੀ ਗੱਲ ਕਰਨੀ ਚਾਹੀਦੀ ਆ, ਉਹਨਾਂ ਨੂੰ ਫਰੈਂਡਲੀ ਆਪਣੇ ਬੱਚਿਆਂ ਨਾਲ ਗੱਲ ਕਰਨੀ ਚਾਹੀਦੀ ਆ, ਔਰ ਬੱਚੇ ਹਰ ਇੱਕ ਗੱਲ ਜਿਹੜੀ ਆ ਉਹ ਆਪਣੇ ਪੇਰੈਂਟਸ ਨਾਲ ਕਰਨ ਜੀ। ਜੋ ਅਸੀਂ ਅੱਜ ਕੱਲ੍ਹ ਆਪਣੇ ਸਮਾਜ ਵਿੱਚ ਦੇਖਦੇ ਹਾਂ ਕਿ ਬਹੁਤ ਸਾਰਾ ਲੜਕੀਆਂ ਦਾ ਚਲੇ ਜਾਣਾ ਬਿਨਾਂ ਦੱਸੇ ਤੋਂ ਮਾਂ ਪਿਓ ਦੇ ਨਾਲ, ਇਹ ਸਾਡੇ ਸਮਾਜ ਵਾਸਤੇ ਬਹੁਤ ਹੀ ਮਾੜੀ ਗੱਲ ਜੀ।
ਜੇ ਆਪਾਂ ਗੱਲ ਲੜਕੀਆਂ ਦੀ ਆਈ ਹੈ ਤਾਂ ਆਪਾਂ ਗੱਲ ਜਿਆਦਾ ਲੜਕੀਆਂ ਦੀ ਵੀ ਹੁਣ ਆਪਾਂ ਸ਼ੁਰੂ ਕਰ ਲੈਂਦੇ ਆ ਹਾਂਜੀ। ਕਿ ਜਿਹੜੀ ਨੈਤਿਕ ਸਿੱਖਿਆ ਆ ਜਿਹਦੇ ਉਹਦੇ ਕਈ ਵਾਰੀ ਨੈਤਿਕ ਸਿੱਖਿਆ ਦੇ ਕਾਰਨ ਘਾਟ ਕਾਰਨ ਜਿਹੜੇ ਪਰਿਵਾਰ ਆ ਉਹ ਟੁੱਟ ਜਾਂਦੇ ਆ। ਉਹ ਨਵਾਂ ਵਿਆਹ ਹੁੰਦਾ 1-2 ਮਹੀਨੇ ਕੁੜੀ ਰਹਿੰਦੀ ਆ, ਉਹ ਕਹਿੰਦੀ ਆ ਨਹੀਂ ਮੈਂ ਨਹੀਂ ਇੱਥੇ ਰਹਿਣਾ, ਸਾਰੇ ਪਰਿਵਾਰ ਦੇ ਵਿੱਚ ਮੈਨੂੰ ਵੱਖਰਾ ਘਰ ਬਣਾ ਕੇ ਦੇ, ਜਾਂ ਉਹ ਕਹਿੰਦੀ ਆ ਤੇਰੇ ਮਾਂ ਪਿਓ ਤਾਂ ਇਸ ਤਰ੍ਹਾਂ ਦੇ ਆ ਜਾਂ ਮੇਰਾ ਸੁਭਾਅ ਇਸ ਤਰ੍ਹਾਂ ਦਾ ਆ। ਇਹ ਕਿਤੇ ਨਾ ਕਿਤੇ ਨੈਤਿਕ ਸਿੱਖਿਆ ਦੇ ਨਾਲ ਕਿਤੇ ਨਾ ਉਹ ਜੁੜ ਜਾਂਦਾ, ਕਿਤੇ ਉਹਨੂੰ ਪਿਛਲੀ ਜਿਹੜਾ ਪਰਿਵਾਰ ਹੁੰਦਾ ਆ ਉਹ ਨੈਤਿਕ ਸਿੱਖਿਆ ਦੇ ਪਿੱਛੋਂ ਘਾਟ ਰਹਿ ਜਾਂਦੀ ਆ। ਕੁੜੀਆਂ ਦੇ ਅਕੈਡਮਿਕ ਜਿਹੜੀ ਆ ਸਿੱਖਿਆ ਦੇ ਨਾਲ ਜਿਹੜੀ ਆ ਨੈਤਿਕ ਸਿੱਖਿਆ ਕਿੰਨੀ ਕੁ ਜ਼ਰੂਰੀ ਆ ਜੀ? ਦੇਖੋ ਜੀ, ਲੜਕੀ ਨੂੰ ਜਗ ਜਨਨੀ ਕਿਹਾ ਗਿਆ ਹੈ ਜੀ, ਔਰ ਜੇ ਲੜਕੀ ਤੋਂ ਬਗੈਰ ਸਾਡੇ ਸਮਾਜ ਦੀ ਕਲਪਨਾ ਕੀਤੀ ਨਹੀਂ ਜਾ ਸਕਦੀ। ਇਹਦਾ ਮਤਲਬ ਸਾਡੇ ਸਮਾਜ ਦਾ ਪੂਰਾ ਸੁਧਾਰ, ਸਾਡੇ ਸਮਾਜ ਦੀ ਤਰੱਕੀ, ਸਾਡੇ ਦੇਸ਼ ਦੀ ਤਰੱਕੀ ਇੱਕ ਲੜਕੀ ਤੇ ਪੈਂਦਾ ਜੀ। ਤੇ ਮਾਤਾ ਪਿਤਾ ਨੂੰ ਜਿਹੜਾ ਹੈਗਾ ਆਪਣੇ ਘਰ ਵਿੱਚ ਤਾਂ ਉਸ ਨੂੰ ਹਰ ਇੱਕ ਦੀ ਸਹੂਲਤ ਦੇਣੀ ਆ, ਦੂਸਰੇ ਘਰ ਵਿੱਚ ਉਹਨਾਂ ਉਸ ਤਰ੍ਹਾਂ ਦੇ ਘਰ ਦੀ ਬਣ ਕੇ ਉਸ ਨੂੰ ਰਹਿਣਾ ਚਾਹੀਦਾ ਹੈ। ਬਿਲਕੁਲ। ਅੱਜ ਕੱਲ ਜਿਹੜੀ ਲੜਕੀ ਆ ਉਹ ਟੈਨਸ਼ਨ ਵਿੱਚ ਆ, ਕਿਉਂਕਿ ਉਸਨੇ ਘਰ ਦਾ ਕੰਮ ਵੀ ਕਰਨਾ ਆ ਜੀ, ਉਹਨੇ ਨੌਕਰੀ ਵੀ ਕਰਨੀ ਆ, ਉਹਨੇ ਬੱਚਿਆਂ ਨੂੰ ਵੀ ਸਾਂਭਣਾ ਆ। ਇਸ ਕਰਕੇ ਉਹਦੇ ਸੁਭਾਅ ਦੇ ਵਿੱਚ ਸਹਿਨਸ਼ੀਲਤਾ ਖਤਮ ਹੋ ਚੁੱਕੀ ਜੀ, ਜਿਹੜੀ ਕਿ ਵੱਡਿਆਂ ਦਾ ਸਤਿਕਾਰ ਜੀ, ਘੱਟ ਹੋਣਾ, ਇਹਦੇ ਵਿੱਚ ਧਿਆਨ ਨਹੀਂ ਦੇਣਾ ਵੱਡਿਆਂ ਵੱਲ ਜੀ। ਇਹ ਗੱਲ ਕਿਤੇ ਨਾ ਕਿਤੇ ਜਿਹੜੀ ਹੈਗੀ ਸਾਡੇ ਘਰਾਂ ਨੂੰ ਤੋੜਦੀ ਆ। ਜੀ ਬਿਲਕੁਲ, ਠੀਕ ਹੈ ਜੀ। ਜੀ ਜੀ। ਤੇ ਜਿਸ ਤਰ੍ਹਾਂ ਕਹਿੰਦੇ ਨੇ ਕੁੜੀਆਂ ਬਾਰੇ ਆਪਾਂ ਗੱਲਬਾਤ ਕਰ ਰਹੇ ਹਾਂ, ਕੁੜੀਆਂ ਦੀ ਗੱਲ ਕਰਦੇ ਹਾਂ, ਕਹਿੰਦੇ ਨੇ ਮਾਵਾਂ ਲਾੜ ਲਡਾ ਕੇ ਧੀਆਂ ਵਿਗਾੜਦੀਆਂ, ਮਾਵਾਂ ਲਾੜ ਲਡਾ ਕੇ ਧੀਆਂ ਵਿਗਾੜਦੀਆਂ, ਸੱਸਾਂ ਦੇ ਮੱਤਾਂ ਜ਼ਿੰਦਗੀ ਸਵਾਰਦੀਆਂ। ਬਿਲਕੁਲ। ਤੇ ਜਿਹੜੀ ਅੱਜ ਕੱਲ ਦਾ ਮਾਹੌਲ ਆ, ਬਹੁਤੀਆਂ ਜੇ ਜ਼ਿਆਦਾ ਨਹੀਂ ਕਿਹਾ ਤਾਂ ਆਪਾਂ 30-40% ਇਸ ਤਰ੍ਹਾਂ ਦੀਆਂ ਕੁੜੀਆਂ ਹੈਗੀਆਂ ਜਿਹੜੀਆਂ ਉਹ ਆਪਣੀ ਸੱਸ ਨੂੰ ਮਾਂ ਨਹੀਂ ਸਮਝਦੀਆਂ। ਬਿਲਕੁਲ। ਪਰ ਆਪਣੀ ਮਾਂ ਦੇ ਨੂੰ ਤਾਂ ਉਹ ਕਹਿਣਗੀਆਂ ਨਹੀਂ, ਜਦੋਂ ਉਹਦੇ ਪਰਿਵਾਰ ਦੇ ਵਿੱਚ ਜਾਂਦੀਆਂ, ਉਹਦੀ ਆਪਣੀ ਭਾਬੀ ਹੁੰਦੀ ਜਾਂ ਭਰਾ ਦੀ ਜਿਹੜੀ ਘਰ ਵਾਲੀ ਹੁੰਦੀ ਆ, ਉਹਨੂੰ ਤਾਂ ਕਹਿਣਗੀਆਂ ਤੂੰ ਕੰਮ ਕਰ। ਜਦੋਂ ਆਪਣੇ ਦੂਸਰੇ ਘਰ ਆ ਜਾਂਦੀਆਂ ਉਹ ਕਹਿੰਦੀਆਂ ਸੱਸ ਕਰੇ। ਇਹ ਨੈਤਿਕ ਸਿੱਖਿਆ ਹੀ ਹੈ। ਹਾਂਜੀ, ਜਿੱਥੇ ਨਾ ਕਿਤੇ ਨਾ ਕਿਤੇ ਉਹ ਜਿਹੜਾ ਵਿਚਾਰ ਆ ਇਹ ਕਿਉਂ ਇਸ ਤਰ੍ਹਾਂ ਬਣਦਾ ਕਿ ਕਿੱਥੇ ਆਪਾਂ ਨੂੰ ਚਾਹੀਦਾ ਕਿ ਲੜਕੀ ਨੂੰ ਆਪਾਂ ਸ਼ੁਰੂ ਤੋਂ ਜਾਂ ਕਿਸ ਤਰ੍ਹਾਂ ਸਿੱਖਿਆ ਦਿੱਤੀ ਜਾਵੇ ਕਿ ਭਾਈ ਜਿਹੜੀ ਇਹ ਵੀ ਤੇਰੀ ਮਾਂ ਆ, ਉਹ ਵੀ ਤੇਰੀ ਮਾਂ ਆ। ਕਿਸ ਤਰ੍ਹਾਂ ਮਾਂ ਨੂੰ ਇਹਦੀ ਉਹ ਡਿਊਟੀ ਬਣਦੀ ਆ, ਕਰਤੱਵ ਬਣਦਾ, ਜਾਂ ਕਿਸੇ ਸਮਾਜ ਦੇ ਵਿੱਚੋਂ ਜਿਹੜੀ ਆ ਆਪਣੇ ਤਾਏ ਚਾਚੇ ਆ ਚਾਚੀਆਂ ਆ ਉਹ ਦੱਸਣਾ ਚਾਹੀਦਾ ਆਪਣੀ ਬੇਟੀ ਨੂੰ, ਕੁੜੀ ਨੂੰ ਵੀ ਇਸ ਤਰ੍ਹਾਂ ਨਹੀਂ, ਉਹ ਦੂਸਰੇ ਘਰ ਤੋਂ ਇੱਦਾਂ ਨਹੀਂ, ਇੱਦਾਂ ਬੈਠਣ ਉੱਠਣ ਕਰਨਾ, ਬੋਲ ਚਾਲ ਕਰਨੀ ਆ ਜਿਹੜੀ ਜਾ ਕੇ। ਕਿਸ ਤਰ੍ਹਾਂ ਦਾ ਇਹ ਹੋਣਾ ਚਾਹੀਦਾ ਜੀ? ਸਰ ਮੈਂ ਤਾਂ ਇੱਥੋਂ ਤੱਕ ਕਹਿਦਾ ਕਿ ਜੇ ਲੜਕੀਆਂ ਜੀ ਆਪਣੇ ਮਾਪੇ ਦੇ ਘਰ ਗਰੀਬੀ ਦਾ ਵਿੱਚ ਉਹਨਾਂ ਨੂੰ ਰੋਟੀ ਵੀ ਨਹੀਂ ਮਿਲਦੀ ਨਾ, ਕਦੀ ਵੀ ਉਹਨਾਂ ਨੇ ਜ਼ਿੰਦਗੀ 'ਚ ਇਹ ਨਹੀਂ ਕਹਿਣਾ ਕਿ ਮੈਨੂੰ ਰੋਟੀ ਨਹੀਂ ਮਿਲੀ ਉੱਥੇ, ਮੈਨੂੰ ਮੇਰੀ ਮਾਂ ਨੇ ਮੈਨੂੰ ਕੁੱਟਿਆ। ਜੀ ਬਿਲਕੁਲ। ਪਰ ਜਦੋਂ ਦੂਜੇ ਘਰ ਵਿੱਚ ਜਾਂਦੀ ਆ, ਜੇ ਕਿਤੇ ਦੂਸਰੀ ਆਪਣੀ ਸੱਸ ਜਿਹੜੀ ਹੈਗੀ ਆ ਉਹਨੂੰ ਕੋਈ ਗੱਲ ਕਹਿ ਦਿੰਦੀ ਆ, ਟੋਕ ਵੀ ਦਿੰਦੀ ਆ, ਤੇ ਉਹ ਜਿਹੜਾ ਹੈਗਾ ਆ ਉਹ ਬਹੁਤ ਵੱਡਾ ਘਰ ਦੇ ਵਿੱਚ ਪੌੜਾ ਖੜਾ ਹੋ ਜਾਂਦਾ, ਮੁੱਦਾ ਬਣ ਜਾਂਦਾ ਹੈਗਾ। ਤੇ ਮੈਂ ਤਾਂ ਇਹ ਕਹਾਂਗੀ ਕਿ ਲੜਕੀ 'ਚ ਇੰਨੀ ਸਹਿਨਸ਼ੀਲਤਾ ਹੋਣੀ ਚਾਹੀਦੀ ਆ ਔਰ ਉਹਨੂੰ ਇੰਨੀ ਸਿੱਖਿਆ ਦੇਣੀ ਚਾਹੀਦੀ ਆ ਕਿ ਘਰ ਤਾਂ ਚਲੋ ਇਹ ਵੀ ਉਹਦਾ ਸੀ, ਮਾਂ ਪਿਓ ਵਾਲਾ ਘਰ ਜਿਹੜਾ ਉਹ ਵੀ ਉਹਦਾ ਸੀ। ਸਾਡੇ ਸੰਸਾਰ ਦੇ ਵਿੱਚ ਇਹ ਰੀਤ ਬਣੀ ਆ ਕਿ ਲੜਕੀ ਨੇ ਦੂਸਰੇ ਘਰ ਵਿੱਚ ਜਾਣਾ, ਦੂਸਰੇ ਘਰ ਨੂੰ ਵੀ ਆਪਣਾ ਘਰ ਸਮਝਣਾ ਔਰ ਸੱਸ ਨੂੰ ਆਪਣੀ ਮਾਂ ਦੀ ਬਰਾਬਰ ਸਮਝਣਾ, ਜਿਹੜੀ ਉਹਦੀ ਨਨਾਣ ਆ ਉਸ ਨੂੰ ਆਪਣੀ ਭੈਣ ਦੇ ਬਰਾਬਰ, ਜਿਹੜੇ ਉਹਦਾ ਕੋਈ ਦੇਰ ਜੇਠ ਉਸ ਨੂੰ ਆਪਣੇ ਭਰਾਵਾਂ ਦੇ ਬਰਾਬਰ ਸਮਝੇ ਔਰ ਜੇ ਉਹ ਕੋਈ ਗੱਲ ਕਹਿੰਦੇ ਆ ਉਸ ਗੱਲ ਨੂੰ ਸੁਣੇ ਔਰ ਉਸ ਨੂੰ ਆਪਤੇ ਅਪਲਾਈ ਕਰੇ। ਜੀ ਬਿਲਕੁਲ ਜੀ। ਜਿਹੜੀਆਂ ਉਹ ਪਰਿਵਾਰ ਵੀ ਉਸੇ ਤਰ੍ਹਾਂ ਉਹਦੇ ਵਿੱਚ ਵੀ ਵਿਚਰਨਾ ਚਾਹੀਦਾ। ਉਹਨੇ ਜਿਸ ਤਰ੍ਹਾਂ ਆਪਣੇ ਪਿਛਲੇ ਜਿਹੜੀ ਆ ਪੇਕੇ ਘਰ ਦੇ ਵਿਚਰਦੀ ਸੀਗੀ ਹੁੰਦੀ ਸੀਗੀ, ਉਹ ਸਾਰਾ ਹੀ ਉਸ ਤਰ੍ਹਾਂ ਵਧੀਆ ਮਾਹੌਲ ਬਣ ਸਕਦਾ। ਗੱਲਾਂ ਬਾਤਾਂ ਇੱਦਾਂ ਤੇ ਚੱਲਦੀਆਂ ਰਹਿਣਗੀਆਂ। ਸਮਾਂ ਹੋਇਆ ਇੱਕ ਛੋਟੇ ਜਿਹੇ ਬ੍ਰੇਕ ਦਾ। ਦਰਸ਼ਕੋ ਤੁਸੀਂ ਕਿਤੇ ਨਹੀਂ ਜਾਣਾ, ਸਾਡੇ ਨਾਲ ਬਣੇ ਰਹੋ, ਅਸੀਂ ਗਏ ਤੇ ਆਏ। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਂਠੇ,
ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊ ਜਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ, ਡੇਟਨ ਅਤੇ ਪੈਂਸਿਲਵੇਨੀਆ ਦੇ ਬੈਂਸਲਮ ਦੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਦੇ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 ਔਕਟਰੀ ਰੋਡ, ਐਡੀਸਨ, NJ 08820 2975 John F. Kennedy Boulevard, Jersey City, NJ 07306 2631 Street Road, Baslam, PA 19020। ਜੇ ਤੁਸੀਂ ਐਲਰਜੀ, ਐਸਥਮਾ, ਗੈਸਟ੍ਰਿਕ, ਹਾਰਟਬਰਨ, ਗਾਲ ਸਟੋਨ, ਕਿਡਨੀ ਸਟੋਨ, ਡਾਇਬੀਟੀਜ਼, ਬਲੱਡ ਪ੍ਰੈਸ਼ਰ, ਆਰਥਰਾਈਟਿਸ ਅਤੇ ਗੁਪਤ ਰੋਗਾਂ ਦਾ ਇਲਾਜ ਕਰਵਾ ਕੇ ਥੱਕ ਚੁੱਕੇ ਹੋ ਤੇ ਕਾਲ ਕਰੋ ਹੋਮਿਓਪੈਥਿਕ ਕੰਸਲਟੈਂਟ ਡਾਕਟਰ ਗੁਰਦੀਪ ਸੰਧੂ ਨੂੰ, ਜਿਨ੍ਹਾਂ ਦਾ 1973 ਤੋਂ ਮੈਡੀਕਲ ਕਾਲਜਾਂ ਵਿੱਚ ਪੜ੍ਹਾਉਣ ਦਾ ਪ੍ਰਿੰਸੀਪਲ, ਪ੍ਰੋਫੈਸਰ ਤੇ ਚੀਫ ਮੈਡੀਕਲ ਆਫੀਸਰ ਦੇ ਤੌਰ ਤੇ ਹੋਮਿਓਪੈਥਿਕ ਪ੍ਰੈਕਟਿਸ ਦਾ ਤਜਰਬਾ ਹੈ। ਕਿਸੇ ਵੀ ਬਿਮਾਰੀ ਜਾਂ ਕਿਸੇ ਵੀ ਉਮਰ ਵਿੱਚ ਇਲਾਜ ਕਰਵਾਉਂਦੇ ਜੇ ਥੱਕ ਗਏ ਹੋ ਤਾਂ ਹੋਮਿਓਪੈਥਿਕ ਦੇ ਸਿਧਾਂਤਕ ਇਲਾਜ ਲਈ ਡਾਕਟਰ ਗੁਰਦੀਪ ਸੰਧੂ ਨੂੰ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ। P&J Fuel Wholesaler of Gasoline and Diesel. We offer retail and wholesale, branded and unbranded fuel, serving New Jersey, New York, Pennsylvania, and Texas. Our services include station rebranding for many major gasoline brands at the most competitive prices. Our portfolio includes Exxon, Mobil, Shell, BP, and many more. To grow your business with us, please call 908-720-3032. P&J Fuel, fuel to take you further. S&S Brokers Incorporation ਨਿਊ ਜਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ। ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲਿਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਦਿਓਲ ਟਰਾਂਸਪੋਰਟ ਕੰਪਨੀ ਇੰਡੀਅਨਐਪਲਿਸ ਇੰਡੀਆਨਾ ਦੀ ਨਾਮੀ ਕੰਪਨੀ। ਇੰਡੀਅਨਐਪਲਿਸ ਤੋਂ ਈਸਟ ਕੋਸਟ ਦੀਆਂ ਸਟੇਟਾਂ ਨਿਊਯਾਰਕ, ਮੈਰੀਲੈਂਡ, ਪੈਂਸਿਲਵੇਨੀਆ, ਨਿਊ ਜਰਸੀ, ਵਰਜੀਨੀਆ ਅਤੇ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਡਰਾਈ ਲੋਡ ਅਤੇ ਇੰਡੀਅਨਐਪਲਿਸ ਤੋਂ ਲੋਕਲ ਲੋਡ ਵੱਡੀ ਗੱਡੀ ਤੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ। ਹਮੀ ਦਿਓਲ 5103181415 ਤੇ ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ deol.trans@yahoo.com। ਦਰਸ਼ਕੋ, ਪ੍ਰੋਗਰਾਮ ਚੱਲ ਰਿਹਾ ਹੈ ਖਾਸ ਮੁਲਾਕਾਤ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਡੇ ਨਾਲ ਜੁੜੇ ਹੋਏ ਹੋ। ਆਪਣੇ ਰਾਜ ਦੇ ਮਹਿਮਾਨ ਨੇ ਰਾਜ ਰਾਣੀ ਜੀ। ਮੈਡਮ, ਗੱਲ ਚੱਲ ਰਹੀ ਸੀ ਆਪਣੀ ਨੈਤਿਕ ਸਿੱਖਿਆ ਦੀ ਕੁੜੀਆਂ ਦੇ ਬਾਰੇ। ਮੰਨ ਲਾ ਇੱਕ ਆਪਾਂ ਮੇਰੇ ਸਵਾਲ ਦੇ ਵਿੱਚ ਜਿਹੜੇ ਮਨ ਦੇ ਵਿੱਚ ਆਉਂਦਾ ਹੈ ਕਿ ਇੱਕ ਬੱਚੀ ਜਿਹੜੀ ਆ ਉਹਦੀ ਏਜ ਹੋ ਜਾਂਦੀ ਆ, ਪਰ ਉਹ ਜਿਹੜੀ ਉਹ ਪੜ੍ਹਾਈ ਕਰਦੀ ਆ, BA ਕਰ ਲੈਂਦੀ ਆ, ਅਧੂਰੀ ਪੜ੍ਹਾਈ ਛੱਡ ਕੇ ਆ ਜਾਂਦੀ ਆ, MA ਦਾ ਇੱਕ ਪਾਰਟ ਕਰ ਲਿਆ ਜਾਂ ਇੱਕ ਰਹਿ ਗਿਆ ਉਹਦੀ ਮੈਰਿਜ ਹੋ ਜਾਂਦੀ ਆ, ਦੂਸਰੇ ਘਰ ਚਲ ਜਾਂਦੀ ਆ ਉਹ। ਸਹੁਰੇ ਪਰਿਵਾਰ ਨੂੰ ਪਤਾ ਕਿ ਇਹਦੀ ਜਿਹੜੀ ਪੜ੍ਹਾਈ ਆ ਥੋੜ੍ਹੀ ਜਿਹੀ ਅਧੂਰੀ ਆ। ਤੁਹਾਨੂੰ ਕੀ ਲੱਗਦਾ ਉਹਨਾਂ ਦੀ ਕੋਈ ਨੈਤਿਕ ਜ਼ਿੰਮੇਵਾਰੀ ਇਸ ਤਰ੍ਹਾਂ ਦੀ ਬਣਦੀ ਆ ਕਿ ਉਹ ਬੱਚੀ ਜਿਹੜੀ ਆਈ ਆ, ਜਿਹੜੀ ਆਪਣੀ ਸਾਡੀ ਕੁੜੀ ਹੁੰਦੀ ਉਹਨੂੰ ਅਸੀਂ ਕੀ ਕਰਾਉਂਦੇ, ਉਹਦੀ ਸਟੱਡੀ ਜਿਹੜੀ ਕੰਪਲੀਟ ਕਰਾਈ ਜਾਵੇ ਵੀ ਸਾਡੀ ਆਉਣ ਵਾਲੀ ਜਿਹੜੀ ਨੌਂ ਆ ਇਹ ਸਾਡੀ ਬੱਚੀ ਆ, ਉਸ ਵਿਸ਼ੇ ਤੇ ਉਸ ਥਾਂ ਤੇ ਉਹਨੂੰ ਰੱਖ ਕੇ ਕੀ ਜ਼ਿੰਮੇਵਾਰੀ ਬਣਦੀ ਆ ਉਸ ਪਰਿਵਾਰ ਦੀ? ਨੈਤਿਕ ਜ਼ਿੰਮੇਵਾਰੀ ਕੀ ਆ ਤੁਹਾਨੂੰ ਲੱਗਦਾ ਕਿ ਉਹਨੂੰ ਪੜ੍ਹਾਈ ਲਿਖਾਈ ਉਹਨੂੰ ਅਧੂਰੀ ਜਿਹੜੀ ਆ ਛੱਡ ਕੇ ਆਈ ਆ ਪੂਰੀ ਕਰਾਉਣੀ ਚਾਹੀਦੀ ਆ, ਜਾਂ ਉਹਦੀ ਕੋਈ ਜਿਹੜੀ ਮਨ ਦੀ ਇੱਛਾ ਆ ਨੌਕਰੀ ਕਰਨ ਦੀ ਜਾਂ ਕੰਮ ਕਰਨ ਦੀ ਜਾਂ ਹੋਰ ਕੋਈ ਬਿਜ਼ਨਸ ਕਰਨ ਦੀ, ਉਹ ਵੀ ਉਹਨੂੰ ਮੌਕਾ ਦੇਣਾ ਚਾਹੀਦਾ? ਇਹ ਨੈਤਿਕ ਸਿੱਖਿਆ ਦੇ ਨਾਲ ਹੀ ਜੋੜਦੇ ਹੋ ਇਸ ਨੂੰ ਤੁਸੀਂ ਇਹ ਗੱਲਾਂ ਨੂੰ? ਬਿਲਕੁਲ ਜੀ ਸਰ, ਇਸ ਤਰ੍ਹਾਂ ਹੈ ਕਿ ਖਾਸ ਕਰਕੇ ਲੜਕੀਆਂ ਜਦੋਂ ਲੜਕੀਆਂ ਜਵਾਨ ਹੁੰਦੀਆਂ ਨੇ 20-21 ਸਾਲ ਦੀਆਂ ਹੋ ਜਾਂਦੀਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਤਾਂ ਘੱਟ, ਪਰ ਸਮਾਜ ਨੂੰ ਜ਼ਿਆਦਾ ਫਿਕਰ ਹੁੰਦਾ, ਬਿਲਕੁਲ ਰਿਸ਼ਤੇਦਾਰਾਂ ਨੂੰ ਜ਼ਿਆਦਾ ਫਿਕਰ ਹੁੰਦਾ ਆ। ਉਹ ਅੱਗੇ ਪਿੱਛੋਂ ਰਿਸ਼ਤੇ ਲਿਆਣੇ ਸ਼ੁਰੂ ਕਰ ਦਿੰਦੇ ਜੀ, ਤੇ ਆਖਰ ਜਿਹੜੇ ਮਾਤਾ ਪਿਤਾ ਕਈ ਵਾਰੀ ਕਹਿੰਦੇ ਨੇ ਬੇਟੇ ਚੱਲ ਤੇਰਾ ਵਿਆਹ ਕਰ ਦਿੰਦੇ ਹਾਂ ਔਰ ਲੜਕਾ ਅੱਛਾ ਮਿਲ ਗਿਆ ਜੀ। ਉਹ ਲੜਕੀ ਹਲੇ ਪੜ੍ਹਦੀ ਪਈ ਆ, BA ਕਰਦੀ ਆ, BA ਸੈਕੰਡ ਈਅਰ ਆ, ਜਾਂ ਉਹਦਾ 1 ਸਾਲ ਉਹਦਾ ਰਹਿੰਦਾ ਆ,
ਮੈਂ ਤਾਂ ਸਾਰੇ ਹੀ ਪੇਰੈਂਟਸ ਨੂੰ ਜਿਨ੍ਹਾਂ ਤੇ ਕੋਈ ਇਸ ਤਰ੍ਹਾਂ ਦੀ ਗੱਲ ਆਉਂਦੀ ਆ ਇਹੀ ਬੇਨਤੀ ਕਰਦੀ ਆ, ਜੇ ਲੜਕੀ ਦੀ ਮੈਰਿਜ ਹੋ ਗਈ ਆ ਤੇ ਉਹਦੀ ਜਿਹੜੀ ਐਜੂਕੇਸ਼ਨ ਹੈਗੀ ਆ ਆਪਣਾ ਨੈਤਿਕ ਜਿਹੜਾ ਹੈਗਾ ਗੁਣ ਸਮਝਦਿਆਂ ਹੋਇਆ ਜੀ ਇਸ ਨੂੰ ਕੰਪਲੀਟ ਕਰਵਾਉਣਾ ਚਾਹੀਦਾ ਆ ਜੀ। ਜੇ ਲੜਕੀ ਨੇ ਕੋਈ ਪਹਿਲੇ ਹੀ ਉਹਦੇ ਕੋਲ ਵਿੱਚ ਹੁਨਰ ਹੈਗਾ ਆ, ਕੋਈ ਸਿਲਾਈ ਦਾ, ਕੋਈ ਕਢਾਈ ਦਾ, ਕੋਈ ਬਿਊਟੀਸ਼ੀਅਨ ਦਾ, ਕੋਈ ਬਿਜ਼ਨਸ ਦਾ ਉਹ ਕਰਨਾ ਚਾਹੁੰਦੀ ਆ ਜੀ, ਠੀਕ ਨੇ, ਤਾਂ ਉਸ ਦੀ ਇਹ ਖੁਆਇਸ਼ ਪੂਰੀ ਕਰ ਦੇਣੀ ਚਾਹੀਦੀ ਆ ਜੀ। ਹੋ ਸਕਦਾ ਕਿ ਪਹਿਲਾਂ ਬੜੀਆਂ ਪ੍ਰੋਬਲਮਾਂ ਆਣ ਕੋਈ ਬਿਜ਼ਨਸ ਸ਼ੁਰੂ ਕਰਨ ਵਿੱਚ, ਪਰ ਉਹ ਲੜਕੀ ਦੀ ਜਿਹੜੀ ਇਹ ਸੋਚ ਆ ਜਾਂ ਉਹਦਾ ਇਹ ਕਿੱਤਾ ਆ ਉਹ ਤੁਹਾਡੇ ਲਈ ਬਹੁਤ ਲਾਭਦਾਇਕ ਹੋਏਗਾ। ਤੁਹਾਡੀ ਆਰਥਿਕ ਸਥਿਤੀ ਜਿਹੜੀ ਆ ਉਹ ਠੀਕ ਹੋ ਸਕਦੀ ਆ ਔਰ ਸਮਾਜ ਦੇ ਵਿੱਚ ਵੀ ਉਸ ਨੂੰ ਮਾਨ ਸਨਮਾਨ ਜਿਹੜਾ ਹੈ ਲੜਕੀ ਨੂੰ ਮਿਲਦਾ ਆ ਜੇ ਉਹ ਆਪਣਾ ਕੰਮ ਜਿਹੜਾ ਹੈਗਾ ਕਰਦੀ ਆ, ਜਿਹੜਾ ਕਿ ਉਹਦੇ ਵਿੱਚ ਹੁਨਰ ਆ, ਜਿਹੜਾ ਉਸਨੇ ਸਿੱਖਿਆ ਹੋਇਆ ਜੀ। ਬਿਲਕੁਲ ਐਜੂਕੇਸ਼ਨ ਉਹਦੀ ਹਰ ਹਾਲਤ ਵਿੱਚ ਕੰਪਲੀਟ ਕਰਨੀ ਚਾਹੀਦੀ ਆ। ਜੇ ਉਹ ਪ੍ਰੋਫੈਸ਼ਨਲ ਐਜੂਕੇਸ਼ਨ ਬਾਅਦ ਵਿੱਚ ਕਰਨਾ ਚਾਹੁੰਦੀ ਆ, ਲਾਈਕ ਉਹ ਬੀਐਡ ਕਰਨਾ ਚਾਹੁੰਦੀ ਆ, ਉਹ ਐਮਐਡ ਕਰਨਾ ਚਾਹੁੰਦੀ ਆ, ਉਹ ਕੋਈ ਕੰਪੀਟੀਸ਼ਨ ਦਾ ਕੋਈ ਟੈਸਟ ਦੇਣਾ ਚਾਹੁੰਦੀ, ਉਹ ਵੀ ਜ਼ਰੂਰ ਦੇਣਾ ਚਾਹੀਦਾ। ਮੈਂ ਤੁਹਾਡੇ ਨਾਲ ਇੱਕ ਗੱਲ ਸਾਂਝਾ ਕਰਨਾ ਚਾਹੁੰਦੀ ਆ ਕਿ ਮੇਰੀ ਮੈਰਿਜ ਜਿਹੜੀ ਹੈਗੀ ਆ, ਮੇਰਾ ਐਮਐਸਸੀ ਫਸਟ ਈਅਰ ਕੰਪਲੀਟ ਹੋ ਗਿਆ ਸੀ, ਸੈਕੰਡ ਈਅਰ ਮੇਰਾ ਸ਼ੁਰੂ ਸੀ ਜੀ। ਮੈਂ ਉਸ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੇਰਾ ਜਿਹੜਾ ਐਮਐਸਸੀ ਦਾ ਸੈਕੰਡ ਈਅਰ ਹੈਗਾ ਆ ਉਹ ਕੰਪਲੀਟ ਕਰਾਇਆ। ਖਾਸ ਕਰਕੇ ਇੱਥੇ ਮੇਰੇ ਸਹੁਰਾ ਸਾਹਿਬ ਜੀ ਜਿਹੜੇ ਕਿ ਟੈਲੀਫੋਨ ਮਹਿਕਮੇ ਵਿੱਚ ਜੌਬ ਕਰਦੇ ਸੀ, ਉਹਨਾਂ ਨੇ ਮੇਰੀ ਐਜੂਕੇਸ਼ਨ ਦੇ ਉੱਤੇ ਬਹੁਤ ਫੋਕਸ ਕੀਤਾ ਔਰ ਉਹਨਾਂ ਨੇ ਮੇਰਾ ਜਿਹੜਾ ਹੈਗਾ ਆ ਉਹ ਐਮਐਸਸੀ ਦਾ ਸੈਕੰਡ ਈਅਰ ਜਿਹੜਾ ਕੰਪਲੀਟ ਕਰਾਇਆ ਜੀ। 94 ਦੇ ਵਿੱਚ ਮੇਰੀ ਐਮਐਸਸੀ ਕੰਪਲੀਟ ਹੋਈ ਆ ਤੇ 94 ਦੇ ਵਿੱਚ ਹੀ ਜੀ ਜਿਹੜੀ ਹੋਮ ਸਾਇੰਸ ਦੀਆਂ ਪੋਸਟਾਂ ਇਹ ਲੈਕਚਰਾਰਾਂ ਦੀਆਂ ਨਿਕਲੀਆਂ ਨੇ ਤੇ ਮੈਂ ਉਸ ਦੇ ਵਿੱਚ ਅਪਲਾਈ ਕੀਤਾ ਜੀ ਦਰਸ਼ਕੋ, ਤੇ ਉਸ ਦੇ ਵਿੱਚ 95 ਦੇ ਵਿੱਚ ਇਹ ਲਿਸਟ ਜਿਹੜੀ ਆ ਮੇਰੀ ਸਿਲੈਕਸ਼ਨ ਦੀ ਆ ਗਈ ਸੀ ਜੀ ਔਰ 16 ਮਾਰਚ 1996 ਨੂੰ ਮੈਂ ਐਜ਼ ਏ ਹੋਮ ਸਾਇੰਸ ਲੈਕਚਰਰ ਆਪਣੀ ਜਿਹੜੀ ਹੈਗੀ ਆ ਨੌਕਰੀ ਸ਼ੁਰੂ ਕੀਤੀ ਜੀ। ਬਿਲਕੁਲ ਜੀ, ਤੁਸੀਂ ਇਹ ਸਵਾਲ ਦਾ ਜਵਾਬ ਬਿੱਲੇ ਦਿੱਤਾ। ਮੈਂ ਸੋਚ ਹੀ ਰਿਹਾ ਸੀਗਾ ਤੁਹਾਡੇ, ਤੁਸੀਂ ਵੀ ਇੱਕ ਲੜਕੀ ਸੀਗੇ ਜਦੋਂ ਸੀਗੇ ਸਟਾਰਟਿੰਗ ਤੇ ਪਹਿਲਾਂ ਪੜ੍ਹਾਈ ਕੀਤੀ ਸ਼ੁਰੂ ਕੀਤੀ, ਤੁਹਾਡੀ ਜਿਹੜੀ ਨੈਤਿਕ ਸਿੱਖਿਆ ਬਾਰੇ ਆਪਾਂ ਗੱਲ ਕਰਨੀ, ਤੁਹਾਡੇ ਪਰਿਵਾਰ ਦੇ ਵਿੱਚ ਨੈਤਿਕ ਸਿੱਖਿਆ ਤੁਹਾਨੂੰ ਕਿਸ ਤਰ੍ਹਾਂ ਦੀ ਮਿਲੀ ਸੀਗੀ ਤੇ ਤੁਸੀਂ ਫਿਰ ਸਕੂਲ ਪੱਧਰ ਤੇ ਜਾਂ ਕਾਲਜ ਪੱਧਰ ਤੇ ਆ ਗਏ, ਉੱਥੋਂ ਤੁਹਾਡੇ ਅਧਿਆਪਕਾਂ ਤੇ ਨੈਤਿਕ ਸਿੱਖਿਆ ਦੇ ਨਾਲ ਜੋੜ ਕੇ ਵੀ ਕਿਸ ਤਰ੍ਹਾਂ ਤੁਸੀਂ ਆਪ ਗ੍ਰਹਿਣ ਕੀਤੀ ਜਾਂ ਕਿਸੇ ਨੇ ਤੁਹਾਨੂੰ ਕਿਹਾ ਨਹੀਂ ਬੇਟੇ ਐਸੇ ਨਹੀਂ ਇੱਦਾਂ ਕਰਨਾ ਜਾਂ ਇੱਦਾਂ ਬੈਠਣਾ ਉੱਠਣਾ, ਬਾਹਰ ਜਾ ਕੇ ਗੱਲਬਾਤ ਇੱਦਾਂ ਕਰਨੀ ਆ, ਤੇ ਉਹ ਤੁਹਾਡੀ ਨੈਤਿਕ ਸਿੱਖਿਆ ਕਿਸ ਤਰ੍ਹਾਂ ਜਿਹੜੀ ਸੀਗੀ ਘਰ ਤੋਂ ਸ਼ੁਰੂ ਹੁੰਦੀ ਆ। ਬਾਕੀ ਆਪਣੇ ਜੀਵਨ ਬਾਰੇ ਵੀ ਜਿਹੜਾ ਤੁਸੀਂ ਸੱਭਿਆਚਾਰ ਨਾਲ ਵੀ ਜੁੜੇ ਹੋ, ਸਮਾਜਿਕ ਜਿਹੜੀਆਂ ਸਮਾਜ ਸੇਵਾ ਦੇ ਨਾਲ ਵੀ ਜੁੜੇ ਹੋ ਤੇ ਰੰਗਮੰਚ ਨਾਲ ਵੀ ਤੁਸੀਂ ਸ਼ੁਰੂ ਤੋਂ ਵੀ ਜੁੜੇ ਹੋ, ਆਪਣੇ ਸਕੂਲ ਦੇ ਵਿੱਚ ਜਿਹੜੇ ਬੱਚਿਆਂ ਨੂੰ ਵੀ ਤਿਆਰ ਕਰਾਉਂਦੇ ਹੋ, ਵੱਖ-ਵੱਖ ਜਿਹੜੀਆਂ ਸਟੇਜਾਂ ਦੇ ਕੰਪੀਟੀਸ਼ਨਾਂ ਦੇ ਵਿੱਚ ਲੈ ਕੇ ਜਾਂਦੇ ਹੋ, ਭੇਜਦੇ ਹੋ ਤੇ ਉਹਨਾਂ ਦੀਆਂ ਪ੍ਰਾਪਤੀਆਂ ਵੀ ਹੁੰਦੀਆਂ। ਆਪਾਂ ਸੱਭਿਆਚਾਰ ਦਾ ਰੰਗ ਵੀ ਦੇਖਾਂਗੇ। ਪਹਿਲਾਂ ਤੁਸੀਂ ਆਪਣੇ ਬਾਰੇ, ਤੁਹਾਡੀ ਜ਼ਿੰਦਗੀ ਬਾਰੇ ਵੀ ਕਿਸ ਤਰ੍ਹਾਂ ਤੁਹਾਡੀ ਜ਼ਿੰਦਗੀ ਸ਼ੁਰੂ ਹੋਈ ਸੀ, ਐਜੂਕੇਸ਼ਨ ਕੀਤੀ, ਜਿੱਦਾਂ ਹੁਣ ਤੁਸੀਂ ਦੱਸਿਆ ਸਹੁਰੇ ਪਰਿਵਾਰ ਨੇ ਤੁਹਾਡੀ ਬਹੁਤ ਮਦਦ ਕੀਤੀ, ਉਹਨਾਂ ਦੀ ਨੈਤਿਕਤਾ ਸੀਗੀ, ਉਹ ਨੈਤਿਕ ਸੀਗੇ, ਉਹਨਾਂ ਜਾਗਦੇ ਸਿਰਾਂ ਵਾਲੇ ਸੀਗੇ ਉਹ, ਜਿਹੜੀ ਸਾਡੇ ਘਰ ਵਿੱਚ ਇੱਕ ਬੱਚੀ ਆਈ ਆ, ਇਹਦੀ ਜਿਹੜੀ ਆ ਅਧੂਰੀ ਸਿੱਖਿਆ ਕਰਨੀ ਆ, ਇਹਦੀ ਜਿਹੜੀ ਖਾਹਿਸ਼ਾਂ ਪੂਰੀਆਂ ਕਰਨੀਆਂ। ਤੇ ਤੁਹਾਡੀ ਪਹਿਲਾਂ ਤਾਂ ਪਰਿਵਾਰਕ ਜਿਹੜਾ ਤੁਹਾਡਾ ਪੇਕਾ ਪਰਿਵਾਰ ਸੀ ਉਸ ਦੇ ਨਾਲ ਆਪਾਂ ਗੱਲ ਕਰਦੇ ਆ ਸ਼ੁਰੂ, ਉਦੋਂ ਦੀ ਸਿੱਖਿਆ ਜਿਹੜੀ ਹੈ ਕਿਸ ਤਰ੍ਹਾਂ ਦੀ ਸੀ, ਨੈਤਿਕ ਸਿੱਖਿਆ ਤੁਹਾਨੂੰ ਮਿਲੀ ਉਦੋਂ ਜੀ? ਸਰ ਮੈਂ ਇੱਕ ਬਹੁਤ ਹੀ ਸਧਾਰਨ ਪਰਿਵਾਰ ਔਰ ਮੇਰੇ ਫਾਦਰ ਸਾਹਿਬ ਐਗਰੀਕਲਚਰ ਲੇਬਰ ਨੇ ਜੀ ਔਰ ਮੇਰੇ ਮਾਤਾ ਜੀ ਜਿਹੜੇ ਨੇ ਉਹ ਘਰੇਲੂ ਔਰਤ ਜੀ, ਪਰ ਮੇਰੇ ਮਾਤਾ ਪਿਤਾ ਵਿੱਚ ਬਹੁਤ ਹੀ ਵਧੀਆ ਗੁਣ ਸਨ। ਉਹਨਾਂ ਨੇ ਸਾਨੂੰ ਪੜ੍ਹਨ ਵਾਸਤੇ ਨਹੀਂ ਬਿਲਕੁਲ ਕਿਹਾ ਜੀ। ਜਿਉਂ ਹੀ ਮੈਂ ਵੱਡੀ ਹੋਈ 6-7 ਸਾਲ ਦੀ ਹੋਈ ਜੀ ਤੇ ਐਸੀ ਤਰ੍ਹਾਂ ਪਿੰਡ ਦੇ ਵਿੱਚ ਆਪੇ ਮੇਰੇ ਪਿੰਡ ਦੇ ਅਧਿਆਪਕ ਨੇ ਮੇਰਾ ਨਾਂ ਲਿਖ ਲਿਆ ਜੀ। ਜਦੋਂ ਕਿਤੇ ਮੈਨੂੰ ਇਹ ਪੜ੍ਹਨ ਦਾ ਮੌਕਾ ਮਿਲਿਆ, ਮੈਂ ਪੜ੍ਹਾਈ ਵਿੱਚ ਕੋਈ ਸ਼ੱਕ ਨਹੀਂ ਛੱਡੀ ਜੀ। ਮੈਨੂੰ ਮੈਥ ਬਹੁਤ ਹੀ ਮੇਰਾ ਇੰਟਰਸਟ ਸੀ ਮੈਥ ਦੇ ਵਿੱਚ ਜੀ ਔਰ ਮੈਨੂੰ ਬਹੁਤ ਵਧੀਆ ਟੀਚਰ ਮੇਰੇ ਪ੍ਰਾਇਮਰੀ ਵਿੱਚ ਓਂਕਾਰ ਸਿੰਘ ਜੀ, ਉਹਨਾਂ ਨੇ ਮੈਨੂੰ ਬਹੁਤ ਵਧੀਆ ਤਰੀਕੇ ਨਾਲ ਮੈਥ ਪੜ੍ਹਾਇਆ। ਜੇ ਬੱਚੇ ਨੂੰ ਮੈਥ ਆ ਗਿਆ ਇਟ ਮੀਨਸ ਸਾਰੇ ਸਬਜੈਕਟਾਂ ਵਿੱਚ ਬੱਚਾ ਮਿਹਨਤ ਕਰਦਾ ਹੈ ਜੀ। ਬਿਲਕੁਲ ਉਸ ਟਾਈਮ ਦੇ ਵਿੱਚ ਜਿਹੜਾ ਮੈਥ ਹੁੰਦਾ ਸੀ ਗੁਣਾ ਦੇ ਸਵਾਲ, ਭਾਗ ਦੇ ਸਵਾਲ, ਘਟਾਉ ਤੇ ਜੋੜ ਜੀ। ਅੱਜ ਦਾ ਜਿਹੜਾ ਮੈਥ ਹੈਗਾ ਆ ਉਹ ਤਾਂ ਬਹੁਤ ਕੰਪਲਿਕੇਟਡ ਹੋ ਗਿਆ ਜੀ। ਇੱਕ ਕੁਐਸਚਨ ਜਿਹੜਾ ਉਹਦਾ ਅੱਧਾ ਨੰਬਰ ਮਿਲਦਾ, ਇੱਕ ਕੁਐਸਚਨ ਦਾ ਜਿਹੜਾ ਹੈਗਾ ਆ ਮਤਲਬ ਉਹ ਆਬਜੈਕਟਿਵ ਟਾਈਪ ਹੋ ਗਿਆ ਜੀ, ਜਿਹੜਾ ਕਿ ਬੱਚੇ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਆ ਜੀ। ਉਸ ਵੇਲੇ ਸਾਨੂੰ ਬਹੁਤ ਮਿਹਨਤ ਕਰਨੀ ਪੈਂਦੀ ਸੀ। ਉਸ ਤੋਂ ਬਾਅਦ ਮੈਂ
ਆਪਣੇ ਘਰਦਿਆਂ ਨੂੰ ਸਿਰਫ ਇੱਕ ਗੱਲ ਕਹਿ ਰਹੀ ਸੀ, ਆਪਣੀ ਮਦਰ ਨੂੰ ਕਹਿ ਰਹੀ ਸੀ, ਫਾਦਰ ਦੇ ਸਾਹਮਣੇ ਤਾਂ ਅਸੀਂ ਕਦੀ ਬੋਲੇ ਨਹੀਂ। ਮੇਰਾ ਬ੍ਰਦਰ ਮੇਰੇ ਤੋਂ ਵੱਡਾ ਸੀ, ਉਹ ਵੀ ਬਹੁਤ ਹੁਸ਼ਿਆਰ ਸੀ, ਔਰ ਮੈਂ ਇਹ ਕਹਿ ਰਹੀ ਸੀ ਕਿ ਮੈਨੂੰ ਇੰਗਲਿਸ਼ ਆਣੀ ਚਾਹੀਦੀ ਆ, ਮੈਨੂੰ 6ਵੀਂ ਕਰਵਾ ਦਿਓ। 6ਵੀਂ ਦੇ ਵਿੱਚ ਅੱਗੇ ਇੰਗਲਿਸ਼ ਲੱਗਦੀ ਸੀ, ਤੇ ਫਿਰ ਮੈਂ 6ਵੀਂ ਕੀਤੀ। 6ਵੀਂ ਤੋਂ ਬਾਅਦ ਮੇਰੀ ਜਿਹੜੀ ਆ ਸਟੱਡੀ ਉਹ ਰੁਕ ਗਈ। ਮੈਨੂੰ ਘਰਦਿਆਂ ਨੇ ਠਾ ਲਿਆ, ਠਾ ਕੇ ਮੈਨੂੰ ਕੱਪੜੇ ਸਿਉਣ ਵਾਸਤੇ ਲਾ। ਠੀਕ ਹੈ। ਮੇਰਾ ਬ੍ਰਦਰ ਪੜ੍ਹ ਰਿਹਾ ਸੀ, ਪਤਾ ਨਹੀਂ ਉਸਦੇ ਕਿਵੇਂ ਦਿਮਾਗ ਵਿੱਚ ਆਇਆ ਕਿ ਨਹੀਂ ਮੈਂ ਆਪਣੀ ਭੈਣ ਨੂੰ ਪੜਾਉਣਾ ਆ। ਮੈਨੂੰ ਪੁੱਛਿਆ ਕਿ ਜੇ ਅਸੀਂ ਤੈਨੂੰ ਪੜਨ ਲਾ ਦਈਏ ਤਾਂ ਤੂੰ ਬਿਲਕੁਲ ਪੜਨਾ ਹੀ ਆ, ਤੇਰਾ ਧਿਆਨ ਇੱਧਰ ਉੱਧਰ ਮਤਲਬ ਹੋਰ ਜਿਹੜੀਆਂ ਸਮਾਜਿਕ ਕ੍ਰਿਤੀਆਂ ਆ ਉੱਧਰ ਨਹੀਂ ਜਾਣਾ ਚਾਹੀਦਾ। ਕਿਉਂਕਿ ਕੁੜੀਆਂ ਨੂੰ ਇਹ ਹੋ ਜਾਂਦਾ ਕਿ ਸਾਡੀ ਕੋਈ ਬੱਚੀ ਜਾਊਗੀ, ਪਤਾ ਨਹੀਂ ਉਹ ਭੜਕ ਨਾ ਜਾਵੇ। ਫਿਰ ਜਦੋਂ ਮੈਂ 7ਵੀਂ ਵਿੱਚ ਐਡਮਿਸ਼ਨ ਲਈ ਆ, ਪਹਿਲੇ ਦਿਨ ਹੀ ਗਈ ਆ, ਤਾਂ ਮੇਰੇ ਜਿਹੜੇ ਮੈਥ ਦੇ ਜਿਹੜੇ ਟੀਚਰ ਸੀਗੇ ਸ਼੍ਰੀ ਰੇਸ਼ਮ ਚੰਦ ਜੀ, ਬਹੁਤ ਹੀ ਨੇਕ ਇਨਸਾਨ, ਬਹੁਤ ਹੀ ਇੰਟੈਲੀਜੈਂਟ, ਤੇ ਟੈਸਟ ਲਿਆ ਤੇ ਮੈਂ ਟੈਸਟ ਕਰ ਦਿੱਤਾ। ਉਹਨਾਂ ਨੂੰ ਮੇਰੇ ਤੇ ਯਕੀਨ ਨਹੀਂ ਆਇਆ, ਇਹ ਤੂੰ ਬਿਲਕੁਲ ਨਕਲ ਮਾਰੀ ਹੋਣੀ ਹੈ। ਮੈਂ ਕਿਹਾ ਸਰ ਮੈਂ ਨਕਲ ਨਹੀਂ ਮਾਰੀ। ਉਹ ਦਿਨ ਤੋਂ ਲੈ ਕੇ 10ਵੀਂ ਤੱਕ ਮੈਂ ਬਹੁਤ ਵਧੀਆ ਪੜ੍ਹਾਈ ਕੀਤੀ, ਹਮੇਸ਼ਾ ਫਸਟ ਆਈ ਹਾਂ। ਔਰ ਤੁਸੀਂ ਇਹ ਦੇਖੋਗੇ ਕਿ ਮੈਂ ਇੱਕ ਪੇਪਰ ਲੈਣਾ, ਇੱਕ ਪੇਪਰ ਉੱਤੇ ਸਾਰੇ ਕੁਐਸਚਨ ਕਰਨੇ, ਔਰ ਮੇਰਾ 100 ਨੰਬਰ ਪੂਰਾ ਆਉਂਦਾ ਸੀ। ਕੀ ਬਾਤ ਹੈ ਜੀ, ਬਹੁਤ ਅੱਛੇ। ਇਹ ਜਿਹੜੀ ਇੰਟੈਲੀਜੈਂਸ ਆ ਮੈਨੂੰ ਮੇਰੀ ਮਦਰ ਤੋਂ ਮਿਲੀ। ਹੁਣ ਅਸੀਂ ਮਹਿਸੂਸ ਕਰਦੇ ਹਾਂ ਕਿ ਮੇਰੀ ਮਾਤਾ ਜਿਹੜੀ ਸੀ ਬਹੁਤ ਇੰਟੈਲੀਜੈਂਟ ਸੀ, ਤੇ ਮੇਰੇ ਫਾਦਰ ਸਾਹਿਬ ਬਹੁਤ ਮਿਹਨਤੀ ਔਰ ਬਹੁਤ ਇਮਾਨਦਾਰ ਸਨ। ਇਸੇ ਤਰ੍ਹਾਂ ਪੜ੍ਹਦੇ ਆ, ਜਦੋਂ 10ਵੀਂ 'ਚ ਬੱਚਾ ਪਹੁੰਚਦਾ ਆ, ਹਰ ਉਹਨੂੰ ਟੀਚਰ ਕਹਿੰਦਾ ਆ ਬੇਟੇ ਤੂੰ ਆਹ ਕਰਨਾ, ਬੇਟੇ ਤੂੰ ਉਹ ਕਰਨਾ, ਤੇ ਮੈਂ ਕਦੀ ਨਹੀਂ ਸੋਚਿਆ ਸੀ ਮੈਂ ਅੱਗੇ ਪੜਾਂਗੀ, ਕਿਉਂਕਿ ਘਰ ਦੇ ਹਾਲਾਤ ਦਿਸਦੇ ਸੀ। ਘਰ ਵਿੱਚ ਤਾਂ ਰੋਟੀ ਨਹੀਂ ਸੀ ਸਾਨੂੰ ਮਿਲਦੀ, ਤੇ ਪੜ੍ਹਾਈ ਦੀ ਤਾਂ ਬਹੁਤ ਮੁਸ਼ਕਲ ਗੱਲ। ਫੇਰ ਵੀ ਕਹਿੰਦੇ ਹੁੰਦੇ ਜੇ ਲੜਕੀ ਮਤਲਬ ਬਹੁਤ ਇੰਟੈਲੀਜੈਂਟ ਹੋਵੇ, ਉਹਦੇ ਅੱਛੇ ਨੰਬਰ ਆਉਂਦੇ ਹੋਣ, ਤਾਂ ਸਮਾਜ ਵੀ ਉਹਨੂੰ ਧੱਕਾ ਲਾਉਂਦਾ। ਸਮਾਜ ਵੀ ਪੇਰੈਂਟਸ ਨੂੰ ਕਹਿੰਦਾ ਇਹਨੂੰ ਪੜਾਓ, ਟੀਚਰਸ ਵੀ ਇਸੇ ਤਰ੍ਹਾਂ ਜਾ ਕੇ ਕਹਿੰਦੇ ਨੇ ਕਿ ਤੁਸੀਂ ਇਸ ਲੜਕੀ ਨੂੰ ਪੜਾਓ। ਫਿਰ ਮੈਨੂੰ ਮੌਕਾ ਮਿਲਿਆ ਔਰ ਮੈਨੂੰ ਮੈਡੀਕਲ ਦੇ ਵਿੱਚ ਐਡਮਿਸ਼ਨ ਦਵਾਈ ਮਾਲਪੁਰ। ਪਰ ਪਹਿਲਾਂ ਮੈਂ ਉੱਥੇ ਜਾਣ ਵਾਸਤੇ ਮੈਨੂੰ ਬਹੁਤ ਟਾਈਮ ਲੱਗਦਾ ਸੀ, ਆਉਣ ਵਾਸਤੇ ਬਹੁਤ ਟਾਈਮ ਲੱਗਦਾ ਸੀ, ਤੇ ਮੈਂ ਇਹ ਜਿਹੜੀ ਪੜ੍ਹਾਈ ਆ ਉਹਦੇ ਵਿੱਚ ਸਕਸੈਸ ਨਹੀਂ, ਮੈਨੂੰ ਅਸਫਲਤਾ ਮਿਲੀ। ਤੇ ਮੇਰੇ ਬ੍ਰਦਰ ਨੇ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ BSc ਐਗਰੀਕਲਚਰ ਕਰਦੇ ਸਨ। ਉਹਨਾਂ ਨੇ ਮੈਨੂੰ ਪੁੱਛਿਆ ਕਿ ਤੈਨੂੰ ਉੱਥੇ ਲੈ ਜਾਣਾ, ਕੋਰਸ ਕਰੀਏ, ਤੇ ਮੈਂ ਕਿਹਾ ਬਿਲਕੁਲ। ਉਹਨਾਂ ਨੇ, ਤੁਸੀਂ ਮੰਨੋਗੇ ਨਾ ਕਿ ਆਪਣੇ ਸਟਾਈਫੰਡ ਵਿੱਚੋਂ ਮੈਨੂੰ ਪੜਾਇਆ, ਬਹੁਤ ਮਿਹਨਤ ਕੀਤੀ ਅਸੀਂ, ਤੇ ਇੱਕਦਮ ਤੇ ਮੈਂ BSc ਹੋਮ ਸਾਇੰਸ 5 ਸਾਲ ਦੀ ਡਿਗਰੀ ਉੱਥੇ ਰਹਿ ਕੇ ਕੀਤੀ, B.Ed ਵੀ ਨਾਲ ਹੀ ਕੀਤੀ, ਔਰ ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ 1991 ਦੀ ਬੈਸਟ ਐਥਲੀਟ ਰਹੀ ਹਾਂ। ਔਰ ਮੈਂ ਇੱਥੋਂ ਤੱਕ ਕਿ ਮੈਂ ਆਲ ਇੰਡੀਆ ਇੰਟਰਵਰਸਿਟੀ ਪਟਿਆਲੇ ਖੇਡਣ ਗਈ ਹਾਂ, ਔਰ ਉਸ ਦਾ ਮੈਨੂੰ ਲਾਭ ਵੀ ਮਿਲਿਆ ਬਹੁਤ ਜ਼ਿਆਦਾ। ਇਸ ਤੋਂ ਬਾਅਦ ਮੈਂ ਵੂਮਨ ਕਾਲਜ ਫਾਰ ਪਟਿਆਲਾ, ਉੱਥੋਂ MSc ਦੀ ਡਿਗਰੀ ਵੀ ਕੀਤੀ। ਮੈਂ ਕਦੀ ਨਹੀਂ ਸੀ ਸੋਚਿਆ ਕਿ ਮੈਂ ਇਸ ਤਰ੍ਹਾਂ ਪੜ੍ਹਾਈ ਕਰਾਂਗੀ, ਪਰ ਜਦੋਂ ਮੈਨੂੰ ਕਿਤੇ ਪੜ੍ਹਨ ਦਾ ਜਦੋਂ ਮੈਨੂੰ ਮੌਕਾ ਦਿੱਤਾ ਆ, ਮੈਂ ਪਿੱਛੇ ਨਹੀਂ ਹਟੀ। ਭਾਵੇਂ ਉਹ ਇੰਗਲਿਸ਼ ਆ, ਸਾਨੂੰ ਇੱਕਦਮ ਪਿੰਡ ਵਿੱਚੋਂ ਜਾ ਕੇ ਯੂਨੀਵਰਸਿਟੀ ਵਿੱਚ ਇੰਨੇ ਹਾਈ ਲੈਵਲ ਦੇ ਉੱਤੇ ਇੰਗਲਿਸ਼ ਵਿੱਚ ਸਾਨੂੰ ਸਾਰਾ ਕੁਝ ਪੜ੍ਹਾਉਂਦੇ ਸੀ। ਬਹੁਤ ਮਿਹਨਤ ਅਸੀਂ ਕੀਤੀ ਆ, ਮੇਰੇ ਬ੍ਰਦਰ ਨੇ ਵੀ ਬਹੁਤ ਮੇਰੇ ਨਾਲ ਮਿਹਨਤ ਕੀਤੀ ਹੈਗੀ ਆ। ਅਸੀਂ ਹਰ ਤਰ੍ਹਾਂ ਦਾ ਘਰ ਦੇ ਵਿੱਚ ਆਣ ਕੇ ਆਪਣੇ ਮਾਤਾ ਪਿਤਾ ਦੇ ਨਾਲ ਹੱਥ ਵਡਾਉਂਦੇ ਸੀ ਕੰਮਾਂ ਦੇ ਵਿੱਚ। ਕਦੀ ਨਹੀਂ ਅਸੀਂ ਕਿਹਾ ਸੀ ਕਿ ਅਸੀਂ ਉੱਥੇ ਪੜ੍ਹਦੇ ਅਸੀਂ ਨਹੀਂ ਜਾਣਾ। ਹਰ ਤਰ੍ਹਾਂ ਦਾ ਸਾਨੂੰ ਘਰਦਿਆਂ ਨੇ ਸਾਨੂੰ ਸਹਿਯੋਗ ਬਹੁਤ ਦਿੱਤਾ, ਕਦੀ ਸਾਨੂੰ ਨਾ ਨਹੀਂ ਕਿਹਾ। ਸਾਡੇ ਸਮਾਜ ਨੇ ਇਹਨਾਂ ਦੀ ਤਾਂ ਇੰਨੀ ਉਮਰ ਹੋ ਗਈ ਆ, ਇਹਨਾਂ ਨੂੰ ਹੁਣ ਵਿਆਹ ਦੇਣਾ ਚਾਹੀਦਾ ਆ। ਔਰ ਈਵਨ ਕਿ ਸਾਡੇ ਰਿਸ਼ਤੇਦਾਰਾਂ ਦੇ ਵਿੱਚੋਂ ਕੁੜੀਆਂ 10 ਪੜ੍ਹਦੀਆਂ ਸੀ, ਉਸ ਤੋਂ ਬਾਅਦ ਉਹਨਾਂ ਦੀ ਮੈਰਿਜ ਕਰ ਦਿੰਦੇ ਸਨ। ਮੇਰੇ ਬ੍ਰਦਰ ਜੋ ਕਿ ਅੱਜ ਕੱਲ੍ਹ ਦੇਹਰਾਦੂਨ ਦੇ ਵਿੱਚ ਸਾਇੰਟਿਸਟ ਨੇ, ਉਹਨਾਂ ਨੇ PhD ਕੀਤੀ ਯੂਨੀਵਰਸਿਟੀ ਤੋਂ, ਉਹਨਾਂ ਨੇ MSc ਕੀਤੀ ਆ। ਮੈਂ ਪਰਮਾਤਮਾ ਤੋਂ ਵੀ ਪਹਿਲਾਂ ਆਪਣੇ ਬ੍ਰਦਰ ਨੂੰ ਦਰਜਾ ਦੇ ਰਹੀ ਹਾਂ, ਕਿਉਂਕਿ ਉਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ। ਔਰ ਉਹਨਾਂ ਦੀ ਬਦੌਲਤ ਹੀ ਆਪਣੇ ਮਾਤਾ ਪਿਤਾ ਦੀ ਨੈਤਿਕ ਸਿੱਖਿਆ ਕਰਕੇ, ਔਰ ਜਿਹੜੀ ਸਾਡੀ ਐਜੂਕੇਸ਼ਨ ਆ, ਆਪਣੇ ਮੇਰੇ ਬ੍ਰਦਰ ਨੇ ਮੇਰੀ ਬਹੁਤ ਹੈਲਪ ਕੀਤੀ ਆ। ਉਹਦੇ ਕਰਕੇ ਅੱਜ ਮੈਂ ਸੀਨੀਅਰ ਸੈਕੰਡਰੀ ਪਡੋਰੀ ਨੇਜਰਾ ਦੇ ਵਿੱਚ
ਪ੍ਰਿੰਸੀਪਲ। ਬਤੌਰ ਪ੍ਰਿੰਸੀਪਲ ਇਹ ਨੈਤਿਕ ਸਿੱਖਿਆ ਸੀਗੀ ਜਿਹੜਾ ਤੁਹਾਡਾ ਬ੍ਰਦਰ ਰਿਹਾ ਸੀਗਾ, ਉਹਨੇ ਵੀ ਸੋਚਿਆ ਕਿ ਜਿਹੜੀ ਮੇਰੀ ਪੜ੍ਹਾਈ ਦੇ ਨਾਲ ਨਾਲ ਮੇਰੀ ਭੈਣ ਦੀ ਪੜ੍ਹਾਈ ਵੀ ਹੋਣੀ ਚਾਹੀਦੀ ਆ। ਬੇਸ਼ੱਕ ਤੁਹਾਡੇ ਮਾਪੇ ਸੀਗੇ ਜਿਹੜੇ ਉਹ ਘੱਟ ਪੜ੍ਹੇ ਲਿਖੇ ਸੀਗੇ, ਉਹ ਇਸ ਤਰ੍ਹਾਂ ਦੀ ਨਹੀਂ ਸੀ, ਪਰ ਉਹਨਾਂ ਵਿੱਚ ਨੈਤਿਕ ਸਿੱਖਿਆ ਸੀ ਜਿਹੜੀ ਕਿਤੇ ਨਾ ਕਿਤੇ ਤੁਹਾਡੇ ਉਹ ਪੀੜ੍ਹੀ ਦਰ ਪੀੜ੍ਹੀ ਕਿਤੇ ਨਾ ਕਿਤੇ ਉਹ ਟਰੈਵਲ ਕਰਦੇ ਸੀਗੇ। ਤੇ ਦਰਸ਼ਕੋ, ਕੌਣ ਸੋਚ ਸਕਦਾ ਸੀ ਜਿਹੜੀ ਕੁੜੀ ਨੂੰ ਪੜ੍ਹਾਈ ਦਾ ਵੀ ਕਰਦੇ ਨੇ ਸੋਚਿਆ ਨਹੀਂ ਸੀ ਸਕੂਲੇ ਲਾਉਣਾ, ਉਹ ਖੁਦ ਹੀ ਸਕੂਲ ਦੇ ਵਿੱਚ ਆਪਣਾ ਐਡਮਿਸ਼ਨ ਲੈਂਦੀ ਆ, ਉਹ ਪ੍ਰਿੰਸੀਪਲ ਦੇ ਅਹੁਦੇ ਤੇ ਅੱਜ ਕੰਮ ਕਰ ਰਹੀ ਹੋ। ਇਸ ਕਰਕੇ ਜਿਹੜੀਆਂ ਕੁੜੀਆਂ ਦੀ ਪੜ੍ਹਾਈ ਬਹੁਤ ਜ਼ਰੂਰੀ ਆ, ਉਹਨੂੰ ਪੜ੍ਹਾਉਣਾ ਚਾਹੀਦਾ। ਹਰ ਹਿੱਲੇ ਕਿਤੇ ਨਾ ਕਿਤੇ ਸਫਲਤਾ ਮਿਲਦੀਆਂ ਹੀ ਰਹਿੰਦੀਆਂ, ਪਰ ਉਹਨਾਂ ਨੂੰ ਘਰ ਨਹੀਂ ਬਿਠਾਉਣਾ ਚਾਹੀਦਾ, ਉਹਨਾਂ ਨੂੰ ਮੌਕਾ ਬਾਰ-ਬਾਰ ਦੇਣਾ ਹੀ ਚਾਹੀਦਾ। ਪਤਾ ਨਹੀਂ ਤੁਹਾਡਾ ਬੱਚਾ ਕਦੋਂ ਤੁਹਾਡਾ ਨਾਂ ਰੌਸ਼ਨ ਕਰ ਜਾਵੇ। ਤੇ ਤੁਸੀਂ ਮੈਡਮ ਸੱਭਿਆਚਾਰ ਨਾਲ ਵੀ ਜੁੜੇ ਹੋਏ ਹੋ। ਹਾਂਜੀ। ਤੇ ਜਿਹੜੀਆਂ ਸਕੂਲ ਦੀਆਂ ਜਿਹੜੀਆਂ ਬੱਚਿਆਂ ਨੂੰ ਤਿਆਰ ਕਰਾਉਂਦੇ ਹੋ, ਤੇ ਪਹਿਲਾਂ ਵੀ ਤੁਸੀਂ ਕਾਲਜ ਲੈਵਲ ਤੇ ਜਾਂ ਸੀਗੇ ਜਾਂ ਪਹਿਲਾਂ ਸਕੂਲ ਲੈਵਲ ਤੇ ਵੀ ਜੁੜੇ। ਅੱਜ ਇੱਕ ਸੱਭਿਆਚਾਰਕ ਰੰਗ, ਕੋਈ ਪੁਰਾਣੀਆਂ ਬੋਲੀਆਂ ਟੱਪੇ ਜਾਂ ਕੋਈ ਇਸ ਤਰ੍ਹਾਂ ਦਾ ਘੋੜੀਆਂ ਕੋਈ ਰੰਗ ਜਿਹੜਾ ਤੁਹਾਡੇ ਜ਼ਮਾਨੇ ਦਾ ਜਿਹੜਾ ਪਿਛਲਾ ਯਾਦ ਹੋਊਗਾ, ਆਪਾਂ ਦਰਸ਼ਕਾਂ ਨਾਲ ਸਾਂਝਾ ਕਰਦੇ ਆ ਉਹ। ਹਾਂਜੀ ਬਿਲਕੁਲ ਜੀ, ਮੈਂ ਤਾਂ ਇਹ ਸੋਚਦੀ ਹਾਂ ਕਿ ਸਾਨੂੰ ਆਪਣੀ ਸਭਿਅਤਾ ਦੇ ਨਾਲ ਜੁੜੇ ਰਹਿਣਾ ਚਾਹੀਦਾ ਹੈ ਜੀ। ਸਾਡੀ ਸਭਿਅਤਾ ਬਹੁਤ ਵਧੀਆ ਆ, ਬਹੁਤ ਅਮੀਰ ਵਿਰਸਾ ਆ। ਜਦੋਂ ਕਿਤੇ ਅਸੀਂ ਇਸ ਤੋਂ ਵੇਸਲੇ ਹੁੰਦੇ ਆ ਜੀ, ਤੇ ਅਸੀਂ ਜਿਹੜੇ ਹੈਗੇ ਆ ਉਹ ਦੂਸਰੀਆਂ ਸਭਿਅਤਾ ਵਿੱਚ ਜਾ ਕੇ ਮਿਕਸ ਹੁੰਦੇ ਆ, ਤਾਂ ਇਟ ਮੀਨਸ ਅਸੀਂ ਕੋਈ ਨਾ ਕੋਈ ਬਿਮਾਰੀ ਮੋਲ ਲੈਣਾ ਜੀ। ਅੱਜ ਕੱਲ ਵਿਆਹ ਹੁੰਦੇ ਨੇ, ਲੜਕੀਆਂ ਨੂੰ ਬਿਲਕੁਲ ਨਹੀਂ ਪਤਾ ਵੀ ਅਸੀਂ ਕੀ ਕਰਨਾ ਆ ਜੀ। ਡੀਜੇ ਲਾ ਦੋ, ਲੜਕੀਆਂ ਲੜਕੇ ਉਹਦੇ ਵਿੱਚ ਭੰਗੜਾ ਉੱਤੇ ਤਾਂ ਬੋਲ ਵੀ ਡੀਜੇ ਤੇ ਇਸ ਤਰ੍ਹਾਂ ਲੱਗੇ ਰਹਿੰਦੇ, ਭੈਣ ਭਰਾ ਉਹ ਨੱਚ ਰਹੇ ਹੁੰਦੇ ਆ, ਤਾਂ ਪਰ ਇਹਨਾਂ ਦੇ ਸ਼ਰਮਨਾਕ ਬੋਲ ਹੁੰਦੇ ਆ ਕਿ ਅਸੀਂ ਨਾ ਜੇ ਉਹਨੂੰ ਸਹੀ ਤਰੀਕੇ ਨਾਲ ਸੁਣਿਆ ਜਾਵੇ ਤਾਂ ਸ਼ਾਇਦ ਪੰਜਾਬੀ ਚ ਕੋਲ ਡੁੱਬ ਕੇ ਮਰਨ ਵਾਲੀ ਗੱਲ ਹੁੰਦੀ ਆ ਉਹ। ਬਿਲਕੁਲ ਜੀ, ਬਿਲਕੁਲ। ਉਦਾਂ ਉਹਨਾਂ ਨੂੰ ਲੜਕੀਆਂ ਨੂੰ ਕਿਹਾ ਜਾਵੇ ਜਾਂ ਲੜਕੇ ਨੂੰ ਕਿਹਾ ਜਾਵੇ ਵੀ ਤੂੰ ਕੋਈ ਗਾਣਾ ਗਾ, ਜਾਂ ਤੂੰ ਸਾਨੂੰ ਕੋਈ ਕਹਾਣੀ ਸੁਣਾ ਜੀ, ਹਨਾ, ਜਾਂ ਕੋਈ ਆਪਣੀ ਕਵਿਤਾ ਸੁਣਾ, ਉਸ ਦੇ ਕਾਬਲ ਨਹੀਂ। ਪਰ ਜਦੋਂ ਡੀਜੇ ਲੱਗੇ ਹੁੰਦੇ ਆ ਤੇ ਉਸ ਦੇ ਉੱਤੇ ਜੋ ਉਹ ਭੰਗੜਾ ਪਾਉਂਦੇ ਆ, ਚਲੋ ਚੰਗਾ ਲੱਗਦਾ ਆ, ਪਰ ਇਹ ਹੁਣ ਜਿਹੜਾ ਇਹ ਜਿਹੜੀਆਂ ਗੱਲਾਂ ਆ, ਇਹ ਸਾਡੀ ਸਭਿਅਤਾ ਨੂੰ ਬਹੁਤ ਇਹਨਾਂ ਨੇ ਢਾਹ ਲਾਈ। ਬਿਲਕੁਲ ਜੀ। ਮੈਂ ਇਸ ਦੇ ਪੁਆਇੰਟ ਆਫ ਵਿਊ ਦੇ ਨਾਲ YouTube ਦੇ ਉੱਤੋਂ ਕੁਛ ਨਾ ਕੁਛ ਜ਼ਰੂਰ ਆਪਣੀ ਸਭਿਅਤਾ ਬਾਰੇ ਸੁਣਦੀ ਰਹਿੰਦੀ ਆ, ਤੇ ਮੈਂ ਇਸ ਦੇ ਸੰਬੰਧ ਵਿੱਚ ਹੀ ਤੁਹਾਨੂੰ ਇੱਕ ਘੋੜੀ ਸੁਣਾ ਜੀ। ਜਿਹੜੀ ਘੋੜੀ ਸ਼ਾਇਦ ਅੱਜ ਦੀਆਂ ਜਿਹੜੀਆਂ ਕੁੜੀਆਂ ਨੂੰ ਪਤਾ ਵੀ ਨਹੀਂ ਹੋਣਾ ਵੀ ਘੋੜੀ ਕਹਿੰਦੇ ਕਿਹਨੂੰ ਆ, ਜਿਹੜੀਆਂ ਜੇ ਜਿੰਨਾ ਕੋ ਨੇ ਕਿਤਾਬਾਂ ਦੇ ਵਿੱਚ ਪੜ੍ਹਿਆ ਹੋਊਗਾ ਤੇ ਪੜ੍ਹਿਆ ਹੋਊਗਾ ਜੀ ਆਪਾਂ। ਹਾਂਜੀ ਹਾਂਜੀ। ਉਤਲੇ ਚਵਾਰੇ ਤੈਨੂੰ ਮੈਂ ਸਦਾ ਮੇਰੀਏ ਨੀ ਇੰਦਰਾਨੀ ਵਾਂਕੀਏ, ਆ ਕੇ ਤੂੰ ਸਹਾਨੀ ਸਦਾ ਰਾਜੇ ਦੀਏ ਨੀ ਬੇਟੀਏ ਜੀ। ਸਾਹਸ ਦਵਣ ਤੇਰੀਆਂ ਤਾਈਆਂ ਵੇ ਚਾਚੀਆਂ ਸਕੀਆਂ ਵੇ ਭਾਬੀਆਂ, ਜੀਨਾ ਦੇ ਮਨ ਵਿੱਚ ਚਾਰਾ ਜੇ ਦੇ ਆਵੇ ਬੇਟਿਆ। ਕੀ ਬਾਤ ਹੈ ਜੀ, ਬਹੁਤ ਅੱਛੇ। ਜਿਹੜੀ ਘੋੜੀ ਤੁਸੀਂ ਸੁਣਾਈ ਆ ਸਾਨੂੰ ਬਹੁਤ ਵਧੀਆ। ਜਿਹੜੀਆਂ ਇਹ ਤੇ ਜਿਹੜੀਆਂ ਘੋੜੀਆਂ ਜਿਹੜੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਿਹੜੀਆਂ ਭੈਣਾਂ ਵੱਲੋਂ ਗਾਈਆਂ ਰਿਸ਼ਤਿਆਂ ਦੀ ਪਹਿਚਾਣ ਵੀ ਇਹਦੇ ਵਿੱਚ ਹੁੰਦੀ ਹੈ ਜੀ। ਬਿਲਕੁਲ ਬਿਲਕੁਲ ਕਰਾਉਂਦੀਆਂ। ਤੇ ਮੈਡਮ ਰਾਜ ਰਾਣੀ ਜੀ, ਗੱਲਾਂ ਤਾਂ ਹੋਰ ਵੀ ਬਹੁਤ ਹੈ। ਨੈਤਿਕ ਸਿੱਖਿਆ ਇੱਕ ਇਹੋ ਜਿਹਾ ਵਿਸ਼ਾ ਕਿ ਜਿੱਤੇ ਉਹ ਵਿਸਥਾਰ ਦੇ ਨਾਲ ਕਿੰਨੇ ਹੀ ਸਮਾਂ ਜਿਹੜਾ 3-4 ਘੰਟੇ ਗੱਲ ਕੀਤੀ ਜਾ ਸਕਦੀ ਆ, ਪਰ ਜਿਹੜਾ ਸਾਡੇ ਕੋਲ ਸਮਾਂ ਜਿਹੜਾ ਸੀਮਤ ਆ, ਤੇ ਹੁਣ ਜਿਹੜਾ ਸਮਾਂ ਸਮਾਪਤ ਹੁੰਦਾ ਆਪਣੇ ਪ੍ਰੋਗਰਾਮ ਦਾ, ਤੁਸੀਂ ਸਾਡੇ ਸਟੂਡੀਓ ਵਿੱਚ ਆਏ ਬਾਜ ਟੀਵੀ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੇ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਜੀ। ਤੇ ਦਰਸ਼ਕੋ, ਹੁਣ ਦਿਓ ਸਾਨੂੰ ਇਜਾਜ਼ਤ, ਕੱਲ ਫੇਰ ਮਿਲਾਂਗੇ ਇੱਕ ਨਵੇਂ ਮਹਿਮਾਨ ਨਾਲ। ਸਤਿ ਸ੍ਰੀ ਅਕਾਲ।